ਚਾਹੇ ਕੋਈ ਅਕਾਲੀ ਪਾਰਟੀ ਨਾਲ ਸੰਬੰਧ ਰੱਖਦਾ ਹੀ, ਚਾਹੇ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੀ, ਚਾਹੇ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੀ, ਇੱਕ ਖੁੱਲ੍ਹਾ ਕਟੀਰੀਆ ਸੀ ਵੀ ਇਹਦੇ ਮੁਤਾਬਕ GOG ਰੱਖਿਆ ਜਾਏਗਾ। ਅੱਜ ਤੱਕ ਇਸ ਚੀਜ਼ ਦੀ ਕੋਈ ਕੰਪਲੇਂਟ ਨਹੀਂ ਆ ਕਿ ਉੱਥੇ ਪਾਰਦਰਸ਼ਤਾ ਨਹੀਂ ਹੋਈ, ਕਿਉਂਕਿ ਫੌਜੀ ਦਾ ਇੱਕ ਕਰਮ ਆ, ਪਹਿਲਾਂ ਦੇਸ਼ ਦੀ ਰਾਖੀ, ਫਿਰ ਆਪਦੇ ਪਰਿਵਾਰ ਦੀ ਰਾਖੀ। ਇਸੇ ਤਰੀਕੇ ਕਸਮ ਖਾਦੀ ਕਿ ਅਸੀਂ ਜੋ ਵੀ ਕੰਮ ਆ ਪਿੰਡ ਦੀ ਭਲਾਈ ਵਾਸਤੇ ਕੰਮ ਆ, ਉਹਦੇ ਵਿੱਚ ਸਰਪੰਚ ਨੂੰ ਖਾਣ ਨਹੀਂ ਦੇਵਾਂਗੇ। 6-7 ਮਹੀਨਿਆਂ ਦੇ ਵਿੱਚ ਤੁਸੀਂ ਅਜਿਹੀਆਂ ਰਿਪੋਰਟਾਂ ਜਾਂ ਅਜਿਹਾ ਕੰਮ ਭਗਵੰਤ ਮਾਨ ਜੀ ਜਾਂ ਪੰਜਾਬ ਸਰਕਾਰ ਤੱਕ ਨਹੀਂ ਅਪਰੋਚ ਕੀਤੀ ਵੀ ਆਹ ਕੰਮ ਇੱਥੇ ਰੁਕਿਆ ਹੋਇਆ। ਜਿਹੜਾ 30% ਪੁਰਾਣਾ ਪਾਣੀ ਚੱਲਦਾ ਪਿੰਡ ਦੇ ਵਿੱਚ, ਉਹ ਨਾਲੀਆਂ ਦੇ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਜਾ ਰਿਹਾ, ਜਿਹਦੀ ਮੇਰੇ ਕੋਲ ਸਰਕਾਰੀ ਲੈਬ ਦੀ ਰਿਪੋਰਟ ਅੱਜ ਤੱਕ ਪਈ ਆ। ਉਹ ਆਖੇ ਸੀ ਕਿ ਸੋਸ਼ਲ ਮੀਡੀਆ ਦਾ ਯੁੱਗ ਆ, ਜਿਹੜੀ ਸੋਸ਼ਲ ਮੀਡੀਆ ਤੇ ਪਹੁੰਚ ਸਕਦੀ ਲੋਕਾਂ ਤੱਕ, ਉਹ ਇੱਕ ਚੀਜ਼ ਬਣਾਈ ਸੀ ਵੀ ਤੀਸਰੀ ਅੱਖ ਦੇ ਵਿੱਚ ਹਰ ਚੋਰੀ, ਹਰ ਗਰੀਬ ਬੰਦੇ ਦੀ ਜਿਹੜੀ ਸਹੂਲਤ ਆ, ਲਾਟ ਲੈਣ 'ਚ ਬੰਦਾ ਖਲੋਤਾ, ਉਹਦੇ ਤੱਕ ਜਿਹੜੀਆਂ ਸਰਕਾਰ ਦੀਆਂ 28, 29, 30 ਸੈਂਟਰ ਸਟੇਟ ਦੀਆਂ ਸਕੀਮਾਂ ਉਹ ਕਿੱਦਾਂ ਪਹੁੰਚਾਈਆਂ ਜਾਣ। ਹੈਰਾਨੀ ਵਾਲੀ ਗੱਲ ਆ, 68 ਡਾਕਟਰ ਭਰਤੀ ਕੀਤਾ ਵੈਟਰਨਰੀ, 35 ਬੰਦੇ ਆਊਟ ਆਫ ਸਟੇਟ ਆ, ਜਿਹੜੀ ਭਗਵੰਤ ਮਾਨ ਵੱਡੀਆਂ ਛਲਾਂਘਾਂ ਮਾਰਦਾ ਨੇ ਪੁਰਾਣੀਆਂ ਸਰਕਾਰਾਂ ਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਗੁਰਚੇਤ ਸਿੰਘ ਔਲਖ। ਜੇ ਦੋਸਤੋ ਗੱਲ ਕਰੀਏ 2017 ਦੀ, ਮੈਂ 2017 'ਚ ਤਾਂ ਜਾ ਰਿਹਾ ਜਦੋਂ ਕੈਪਟਨ ਸਰਕਾਰ ਸੀ, ਉਦੋਂ GOG ਉਤਪੰਨ ਹੋਏ ਸੀ, ਔਰ ਉਹਨਾਂ ਦਾ ਇੱਕ ਮੇਨ ਕਾਰਨ ਸੀ ਵੀ ਉਹਨਾਂ ਨੇ ਜਿਹੜੀ ਰਿਪੋਰਟ ਹੈ ਉੱਪਰ ਸਰਕਾਰ ਤੱਕ ਦੇਣੀ ਹੈ ਵੀ ਕਿੱਥੇ ਕੋਈ ਕੰਮ ਹੋਇਆ ਜਾਂ ਨਹੀਂ ਹੋਇਆ, ਕਿਹੜੇ ਕੰਮ ਦੀ ਕਿੱਥੇ ਰੁਕਾਵਟ ਆ ਗਈ। ਸੋ ਸਾਰੀ ਰਿਪੋਰਟ ਦੇਣ ਲਈ ਜਿਹੜੀ ਉਹ ਉਤਪੰਨ ਕੀਤੀ ਗਈ ਸੀ GOG ਟੀਮ। ਸੋ ਅੱਜ ਤਰਨਤਾਰਨ ਦੀ GOG ਟੀਮ ਸਾਡੇ ਨਾਲ ਹੈ ਕਿ ਆਖਰ ਇਹਨਾਂ ਨੂੰ ਇੰਨਾ ਕੰਮ ਕਰਨ ਦੀ, ਇੰਨਾ ਮਿਹਨਤ ਕਰਨ ਦੀ ਆਖਰ ਫਲ ਕੀ ਮਿਲਿਆ ਕਿ ਇਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ। ਆਖਰ ਕੀ ਕਾਰਨ ਹੈ ਲਾਂਭੇ ਕਰਨ ਦੇ, ਕੀ ਜ਼ਿਆਦਾ ਇਹਨਾਂ ਦੇ ਵਿੱਚ ਜਾਂ ਸੱਚ ਸੀ ਜਾਂ ਸੱਚਾਈ ਜਿਹੜੀ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਸਕੀ ਜਾਂ ਇਹਨਾਂ ਨੇ ਕੰਮ ਨਹੀਂ ਕੀਤਾ। ਸੋ ਸਾਰੀ ਗੱਲਬਾਤ ਆਪਾਂ GOG ਟੀਮ ਦੇ ਨਾਲ ਕਰਾਂਗੇ। ਪਹਿਲਾਂ ਅੱਜ ਜਿਹੜੀ ਸਾਡੀ ਤਰਨਤਾਰਨ ਦੀ GOG ਟੀਮ, ਸਮੁੱਚੀ ਟੀਮ ਜਿਹੜੀ ਉਹਨਾਂ ਦੀ ਸਾਰੀ ਲੀਡਰਸ਼ਿਪ ਉਹ ਸਾਡੇ ਨਾਲ ਆ। ਸੋ ਗੱਲਬਾਤ ਕਰਾਂਗੇ। ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਪਹਿਲਾ ਮੇਨ ਕਾਰਨ ਕੀ ਰਹਿ ਗਿਆ 2017 ਦੇ ਵਿੱਚ ਜਦੋਂ ਕੈਪਟਨ ਸਰਕਾਰ ਸੀ ਉਦੋਂ GOG ਹੋਂਦ ਦੇ ਵਿੱਚ ਆਈ? ਆਖਰ ਉਹਦਾ ਇੱਕ ਮੇਨ ਕਾਰਨ ਹੁੰਦਾ ਸੀ ਵੀ GOG ਨੇ ਰਿਪੋਰਟ ਜਿਹੜੀ ਸਰਕਾਰ ਨੂੰ ਦੇਣੀ, ਕਿਹੜਾ ਕੰਮ ਕੀਤਾ ਜਾਂ ਕਿਹੜਾ ਨਹੀਂ ਕੀਤਾ। ਆਖਰ ਕੀ ਰਿਹਾ ਕਿ ਕੰਮ ਨਹੀਂ ਤੁਸੀਂ ਕੀਤਾ ਜਾਂ ਜਿਹੜੀ ਸਰਕਾਰ ਨੂੰ ਜਿਹੜੀ ਤੁਸੀਂ ਰਿਪੋਰਟ ਦਿੰਦੇ ਸੀ ਉਹ ਸਹੀ ਨਹੀਂ ਸੀ ਜਾਂਦੀ? ਸਭ ਤੋਂ ਪਹਿਲਾਂ ਚੈਨਲ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਤੁਸੀਂ ਪੁੱਛਿਆ ਵੀ ਕਾਰਨ ਕੀ ਰਿਹਾ, ਅਸਲ ਦੇ ਵਿੱਚ ਤੁਸੀਂ 2017 ਦੀ ਗੱਲ ਕੀਤੀ ਆ। ਅਗਰ ਮੈਂ 2017 ਦੇ ਵਿੱਚ ਜਾਵਾਂ, ਜਦੋਂ ਕਾਂਗਰਸ ਸਰਕਾਰ ਹੋਂਦ ਦੇ ਵਿੱਚ ਆਈ, ਕੈਪਟਨ ਸਾਹਿਬ ਦੀ ਇੱਕ ਨੀਤੀ ਸੀ ਵੀ ਹਰ ਗਰੀਬ ਤੋਂ ਗਰੀਬ ਜਿਹੜਾ ਟੇਲ ਐਂਡ ਤੇ ਬੰਦਾ ਵਾ, ਜਿਹਨੂੰ ਇੱਕ ਰਾਜਨੀਤੀ ਦੇ ਸ਼ਿਕਾਰ ਹੋਣ ਦੇ ਕਰਕੇ ਕੋਈ ਚੀਜ਼ ਦਾ ਵੈਲਫੇਅਰ ਨਹੀਂ ਮਿਲਦਾ, ਕੋਈ ਚੀਜ਼ ਉਹਦੇ ਤੱਕ ਨਹੀਂ ਪਹੁੰਚਦੀ, ਉਹ ਹਰ ਗਰੀਬ ਦੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਤੱਕ ਪਹੁੰਚੇ, ਹਰ ਬੰਦੇ ਨੂੰ ਉਹਦਾ ਬਣਦਾ ਹੱਕ ਦਿਵਾਇਆ ਜਾਵੇ। ਜਦ ਕੈਪਟਨ ਸਰਕਾਰ ਨੇ GOG ਨੂੰ ਅਰੇਂਜ ਕੀਤਾ, ਉਸ ਭਰਤੀ ਦੇ ਵਿੱਚ ਅਜੇ ਤੱਕ ਕੋਈ ਵੀ ਸਾਬਤ ਇਹ ਨਹੀਂ ਕਰ ਸਕਦਾ ਵੀ ਉੱਥੇ ਪਾਰਦਰਸ਼ਤਾ ਨਹੀਂ ਰੱਖੀ ਗਈ। ਚਾਹੇ ਕੋਈ ਅਕਾਲੀ ਪਾਰਟੀ ਨਾਲ ਸੰਬੰਧ ਰੱਖਦਾ ਹੀ, ਚਾਹੇ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੀ, ਚਾਹੇ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੀ, ਇੱਕ ਖੁੱਲ੍ਹਾ ਕਟੀਰੀਆ ਸੀ ਵੀ ਇਹਦੇ ਮੁਤਾਬਕ GOG ਰੱਖਿਆ ਜਾਏਗਾ। ਅੱਜ ਤੱਕ ਇਸ ਚੀਜ਼ ਦੀ ਕੋਈ ਕੰਪਲੇਂਟ ਨਹੀਂ ਆ ਕਿ ਉੱਥੇ ਪਾਰਦਰਸ਼ਤਾ ਨਹੀਂ ਹੋਈ। ਰਹੀ ਗੱਲ ਕੰਮ ਕਰਨ ਦੀ, ਜਦੋਂ ਕਾਂਗਰਸ ਸਰਕਾਰ ਹੋਂਦ ਦੇ ਵਿੱਚ ਆਈ, GOG ਨੂੰ ਅਰੇਂਜ ਕੀਤਾ ਗਿਆ, ਉਸ ਟਾਈਮ ਅਕਾਲੀਆਂ ਦੇ ਸਰਪੰਚ ਸੀਗੇ, ਸਾਰੇ ਪਿੰਡਾਂ ਦੇ ਵਿੱਚ ਅਕਾਲੀ ਗੌਰਮੈਂਟ ਦੇ ਸਰਪੰਚ ਸੀਗੇ। ਉਦੋਂ ਕਾਂਗਰਸ ਸਰਕਾਰ ਨੇ GOG ਨੂੰ ਬਹੁਤ ਐਕਟਿਵ ਕੀਤਾ ਕਿ ਤੁਸੀਂ ਵੱਧ ਤੋਂ ਵੱਧ ਰਿਪੋਰਟਾਂ ਕੱਢੋ, ਵੱਧ ਤੋਂ ਵੱਧ ਲੋਕਾਂ ਦੀ ਕੰਪਲੇਂਟ ਆ ਜਿਹੜੀ ਉਹ ਪ੍ਰਸ਼ਾਸਨ ਤੱਕ ਪਹੁੰਚਾਓ। ਉਸ ਟਾਈਮ ਦੇ ਉੱਤੇ ਅਕਾਲੀਆਂ ਦੇ ਸਰਪੰਚ ਹੋਣ ਕਾਰਨ ਜਿਹੜੀ ਕਾਂਗਰਸ ਸਰਕਾਰ ਹੀ ਬਹੁਤ ਜ਼ਿਆਦਾ ਐਕਟਿਵ ਸੀ, ਸਾਡੇ ਨਾਲ ਬਹੁਤ ਜ਼ਿਆਦਾ ਤਾਲਮੇਲ ਦੇ ਵਿੱਚ ਹੀ। ਉਹ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਖੁਦ ਹੋਣ ਦੇ ਵਿੱਚ ਆ ਗਈ, ਸਰਪੰਚ ਜਿਹੜੇ ਸੀ ਜਿੰਨੇ ਕਾਂਗਰਸ ਦੇ ਬਣ ਗਏ, ਉਦੋਂ ਬਾਅਦ ਕਾਂਗਰਸ ਸਰਕਾਰ ਦੇ ਵੀ ਕੁਛ ਨੁਮਾਇੰਦਿਆਂ ਨੇ GOG ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਹਰ ਜਗ੍ਹਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਕਰਪਸ਼ਨ ਆ ਅੱਜ ਤੱਕ ਬੰਦ ਨਹੀਂ ਹੋਈ। ਉਦੋਂ ਬਾਅਦ ਜਦੋਂ ਇਲੈਕਸ਼ਨ ਦਾ ਟਾਈਮ ਆਇਆ, ਇਸ ਟਾਈਮ ਦੇ ਉੱਤੇ ਮੌਕੇ ਦੀ ਜਿਹੜੀ ਮਾਨ ਸਰਕਾਰ ਆ, ਮਾਨ ਸਾਹਿਬ ਨੇ ਖੁਦ ਬਿਆਨ ਦਿੱਤਾ ਸੀ GOG ਬਹੁਤ ਵਧੀਆ ਕੰਮ ਕਰਦੇ ਨੇ, GOG ਦਾ ਮੈਂ ਮਾਣ ਭੱਤਾ ਵਧਾਊਂਗਾ, GOG ਨੂੰ ਮੈਂ ਐਪਰੀਸ਼ੀਏਟ ਕਰੂੰਗਾ। ਅੱਜ ਤੱਕ ਦਾ ਰਿਕਾਰਡ ਆ, ਇੱਕ ਵੀ GOG ਨੇ ਕਿਸੇ ਰਿਪੋਰਟ ਦੇ ਵਿੱਚ ਕਤਾਈ ਨਹੀਂ ਬਖਸ਼ੀ। ਮੇਰਾ ਤਿੰਨਾਂ ਸਰਕਾਰਾਂ ਨੂੰ ਚੈਲੰਜ ਆ, ਇੱਕ ਵੀ ਸਰਕਾਰ ਇਹ ਸਾਬਤ ਕਰ ਦੇ ਵੀ ਸਾਡੇ ਬੋਲਣ ਦੇ ਵਿੱਚ ਜਾਂ ਸਾਡੀ ਰਿਪੋਰਟ ਦੇ ਵਿੱਚ ਕਿਸੇ ਵੀ ਸਰਕਾਰ ਨਾਲ ਹੀ ਭਾਈਬੰਦੀ ਕੀਤੀ ਆ, ਕਿਉਂਕਿ ਫੌਜੀ ਦਾ ਇੱਕ ਕਰਮ ਆ, ਪਹਿਲਾਂ ਦੇਸ਼ ਦੀ ਰਾਖੀ, ਫਿਰ ਆਪਦੇ ਪਰਿਵਾਰ ਦੀ ਰਾਖੀ। ਕੋਈ ਵੀ ਸਰਕਾਰ ਇਹ ਚੈਲੰਜ ਕਰਦੇ ਵੀ ਜਦੋਂ GOG ਹੋਣ ਦੇ ਵਿੱਚ ਆਇਆ ਜਾਂ ਇਹਨਾਂ ਅਕਾਲੀਆਂ ਦੇ ਵਰਖਲਾਫ ਨਹੀਂ ਬੋਲਿਆ ਜਾਂ ਕਾਂਗਰਸ ਦੇ ਵਰਖਲਾਫ ਨਹੀਂ ਬੋਲਿਆ,
ਜਾਂ ਅੱਜ ਆਮ ਆਦਮੀ ਦੇ ਵਰਖਲਾਫ ਨਹੀਂ ਬੋਲਿਆ। ਹੁਣ ਜਦੋਂ ਸਾਰਿਆਂ ਨੂੰ ਪਤਾ ਵਾ ਅਸੀਂ ਖਾਣਾ ਵਾ, ਅਸੀਂ ਚੋਰੀ ਕਰਨੀ ਆ, ਮਾਨ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੇ ਲਾਲ ਪੱਗਾਂ ਵਾਲੇ ਆ ਇਹ ਕਿਸੇ ਨਾਲ ਭਾਈਬੰਦੀ ਨਹੀਂ ਕਰਦੇ। ਉਹਨਾਂ ਨੇ ਅੱਜ ਲਾਸਟ ਤੇ ਉਹਨਾਂ ਦੇ ਕੋਲੇ ਕੋਈ ਆਪਸ਼ਨ ਨਹੀਂ ਬਚਿਆ। ਉਹਨਾਂ ਦੇ ਜਿਹੜੇ ਸਲਾਹਕਾਰ ਸੀ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਵੀ ਜਿੰਨਾ ਚਿਰ ਲਾਲ ਪੱਗਾਂ ਵਾਲੇ ਨਹੀਂ ਜਾਂਦੇ ਸਾਨੂੰ ਚੋਰ ਮੋਰੀ ਦਾ ਰਾਹ ਨਹੀਂ ਲੱਭਦਾ। ਇਸ ਕਰਕੇ ਮਜਬੂਰਨ ਉਹਨਾਂ ਨੂੰ ਸਾਨੂੰ ਵਾਪਸ ਕਰਨਾ ਪਿਆ ਕਿਉਂਕਿ ਉਹਨਾਂ ਨੇ ਵੀ ਖਾਣਾ ਵਾ। ਧੰਨਵਾਦ। ਸੋ ਸਾਡੇ ਨਾਲ ਕੈਪਟਨ ਦਿਆਲ ਸਿੰਘ ਜੀ ਨੇ, ਉਹਨਾਂ ਨੇ ਵੀ ਗੱਲ ਕਰਾਂਗੇ। ਸੋ ਕੈਪਟਨ ਸਾਹਿਬ, ਮੇਰਾ ਸਵਾਲ ਇਹ ਆ ਵੀ ਜਦੋਂ ਜੀਓਜੀ ਹੋਂਦ ਦੇ ਵਿੱਚ ਆਈ ਸੀ ਹਨਾ, ਚਾਹੇ ਉਹ ਕਾਂਗਰਸ ਸਰਕਾਰ ਸੀ ਚਾਹੇ ਉਹ ਅਕਾਲੀ ਸਰਕਾਰ ਸੀ, ਸਾਰਿਆਂ ਤੇ ਮੋਹਰੀ ਹੋ ਕੇ ਲੜੇ, ਠੀਕ ਆ। ਜਿਹੜਾ ਸਰਪੰਚ ਸੀ ਪਿੰਡ ਦਾ ਇੱਕ ਬੰਦਾ ਹੁੰਦਾ, ਇੱਕ ਉਹਦੀ ਰਿਪੋਰਟ ਦੇਣੀ ਔਰ ਵੈਰ ਪਵਾਉਣ ਵਾਲਾ ਕੰਮ ਹੋ ਜਾਂਦਾ। ਹਰ ਇੱਕ ਸਰਪੰਚ ਦੇ ਨਾਲ ਵੈਰ ਪਾਉਣ ਵਾਲਾ, ਹਰ ਇੱਕ ਪਿੰਡ ਦੇ ਵਿੱਚ ਜੀਓਜੀ ਨੇ ਗਾਂਹ ਹੋ ਕੇ ਆਪਣੇ ਪਿੰਡ ਨੂੰ ਚੰਗਾ ਬਣਾਉਣ ਵਾਸਤੇ, ਰਿਪੋਰਟ ਪੇਸ਼ ਕਰਨ ਵਾਸਤੇ ਵੈਰ ਵੀ ਪਵਾਇਆ। ਸੋ ਆਖਰ ਹੁਣ ਉਹਨਾਂ ਨੂੰ ਫਲ ਕੀ ਮਿਲੇ? ਉਹਦਾ ਫਲ ਪਹਿਲਾਂ ਤੇ ਸਭ ਤੋਂ ਇਹ ਜੀਓਜੀ ਜਿਹੜਾ ਚੈਨਲ ਤੁਸੀਂ ਚਲਾ ਰਹੇ ਜੇ, ਇਹਦੇ ਵਾਸਤੇ ਸਾਰੇ ਜੀਓਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦਾ ਫਲ ਸਾਨੂੰ ਇਹ ਮਿਲਿਆ ਕਿ ਅਸੀਂ ਜੋ ਕਮੀਆਂ ਸੀ ਉਹ ਸਰਕਾਰ ਨੂੰ ਦੱਸੀਆਂ, ਪਰ ਸਰਕਾਰ ਨੇ ਪਿੰਡਾਂ ਦੇ ਵਿੱਚ ਸਾਡਾ ਵੈਰ ਹੈ ਹੀ ਆ, ਕਿਉਂਕਿ ਅਸੀਂ ਸਰਪੰਚਾਂ ਦੀ ਰਿਪੋਰਟ ਦਿੰਦੇ ਸੀ, ਗਲੀਆਂ ਨਾਲੀਆਂ ਨਹੀਂ ਬਣਾਉਣ ਡੈ, ਕੋਈ ਕੰਮ ਨਹੀਂ ਕਰਨ ਡੈ, ਕਿਤੇ ਸੀਵਰੇਜ ਦਾ ਕੰਮ ਵਿੱਚੇ ਰੁਕਿਆ ਵਾ, ਜਿਹੜੇ ਛੱਪੜ ਬਣਨੇ ਸੀਗੇ ਸੀਚੇਵਾਲ ਪ੍ਰੋਜੈਕਟ ਦੇ ਵਿੱਚ ਉਹ ਉੱਦਾਂ ਦੇ ਉੱਦਾਂ ਅਧੂਰੇ ਪਏ ਨੇ। ਇਹਨਾਂ ਗੌਰਮੈਂਟ ਨੂੰ ਹੁਣ ਇਹ ਪਤਾ ਲੱਗਾ ਕਿ ਜੇ ਇਹ ਕਾਂਗਰਸ ਦੀਆਂ ਹੁੰਦਿਆਂ ਜਿਨ੍ਹਾਂ ਨੇ ਇਹਨਾਂ ਨੂੰ ਰੇਜ਼ ਕੀਤਾ ਵਾ, ਜੇ ਇਹ ਉਹਨਾਂ ਦੀਆਂ ਕਮੀਆਂ ਦੱਸ ਰਹੇ ਨੇ ਤੇ ਕੱਲ੍ਹ ਨੂੰ ਇਹ ਸਾਨੂੰ ਵੀ ਘੇਰਨਗੇ। ਇਸ ਕਰਕੇ ਉਹਨਾਂ ਨੇ ਇੱਕੋ ਹੀ ਮੁੱਦਾ ਚੁੱਕਿਆ ਕਿ ਇਹਨਾਂ ਨੂੰ ਬਾਹਰ ਕਰ ਦਿਓ। ਸਾਨੂੰ ਇਹਨਾਂ ਨੇ ਇਹ ਫਲ ਦਿੱਤਾ ਵਾ, ਜਿਹੜੇ ਪਿੰਡਾਂ ਚੰਗੇ ਕੰਮ ਕਰਨ ਵਾਸਤੇ ਸਾਡੇ ਜੀਓਜੀ ਵੱਲੋਂ ਗਰੀਬ ਤੋਂ ਗਰੀਬ ਪਰਿਵਾਰ ਨੂੰ, ਜਿਹਦਾ ਕਦੇ ਰਾਸ਼ਨ ਕਾਰਡ ਨਹੀਂ ਸੀ ਬਣਿਆ, ਜਿਹਦਾ ਮੈਡੀਕਲ ਨਹੀਂ ਸੀ ਹੋਇਆ, ਜਿਹਦੀ ਪੈਨਸ਼ਨ ਨਹੀਂ ਸੀ ਲੱਗੀ, ਉਹਨਾਂ ਕੋਲ ਸਿਰਫ ਫੋਟੋ ਲੈ ਕੇ ਲਿਜਾ ਕੇ ਉਹਦੀ ਪੈਨਸ਼ਨ ਲਵਾ ਕੇ ਆਉਣੀ, ਉਹ ਪਿੰਡਾਂ 'ਚ ਦੇਣੇ, ਰਾਸ਼ਨ ਕਾਰਡ ਬਣਵਾਏ। ਬਾਕੀ ਕਿੰਨੀਆਂ ਸਹੂਲਤਾਂ ਦਵਾਈਆਂ ਵਾ। ਇੱਥੇ ਕੈਂਪ ਲੱਗਾ ਹੈਂਡੀਕੈਪਟ ਲਿਜਾ ਕੇ ਉਹਨਾਂ ਨੂੰ, ਕਿਸੇ ਨੂੰ ਵੀਲ ਚੇਅਰ, ਕਿਸੇ ਨੂੰ ਕੰਨਾਂ ਦੀ ਮਸ਼ੀਨ, ਕਿਸੇ ਨੂੰ ਅੰਗ ਦਿੱਤੇ ਗੌਰਮੈਂਟ ਨੇ ਹੀ ਆ। ਹਾਰਟ ਪੀੜਤਾਂ ਦੀ ਵੀ ਬਹੁਤ ਅੱਗੇ ਵੱਧ ਕੇ ਮਦਦ ਕੀਤੀ। ਹਾਰਟ ਪੀੜਤਾਂ ਦੀ ਵੀ ਮਦਦ ਤੁਸੀਂ ਅੱਗੇ ਬਹੁਤ ਹੜ੍ਹ ਪੀੜਤਾਂ ਦੇ ਵਾਸਤੇ ਜਦੋਂ 19 ਦੇ ਵਿੱਚ ਹੜ੍ਹ ਆਏ ਨੇ, ਸਭ ਤੋਂ ਪਹਿਲਾਂ 4:30 ਵਜੇ ਜਿਹੜਾ ਡੀਸੀ ਸਾਹਿਬ ਨੂੰ ਕੰਪਲੇਨ ਕਰਤੀ ਸੀ ਕਿ ਜਿਹੜਾ ਹੜ੍ਹ ਆ ਇਹ ਬੰਨ੍ਹ ਟੁੱਟਣ ਲੱਗਾ ਤੇ ਆਓ। 4:30 ਵਜੇ ਸਾਡੇ ਜੀਓਜੀ ਸਵਰਨਜੀਤ ਸਿੰਘ ਸਾਹਿਬ ਨੇ ਜੋ ਭੰਗਾਲੇ ਦੇ ਨੇ, ਉਸ ਤੋਂ ਬਾਅਦ ਪੂਰੀ ਜਿਹੜੀ ਜੀਓਜੀ ਟੀਮ ਸੀ 3 ਦਿਨ 3 ਰਾਤਾਂ ਕੰਟੀਨਿਊਜ਼ ਬੰਨ੍ਹ ਤੇ ਰਹੀ ਆ ਕਿ ਕਿਤੋਂ ਇਹ ਨੁਕਸਾਨ ਨਾ ਹੋ ਜਾਵੇ, ਕਿਤੋਂ ਹੜ੍ਹ ਟੁੱਟ ਜੇ। ਫਿਰ ਗਰੀਬ ਪਰਿਵਾਰਾਂ ਨੂੰ ਤੂੜੀ ਦਾਣਾ, ਰਾਸ਼ਨ ਪਾਣੀ ਸਭ ਕੁਝ ਜਿਹੜਾ ਸੀ ਉੱਥੇ ਮੁਹੱਈਆ ਵੀ ਕਰਾਉਂਦੇ ਰਹੇ ਨੇ। ਤੇ ਜੀ ਜਦੋਂ ਕਰੋਨਾ ਕਾਲ ਸੀ ਲੋਕੀ ਘਰਾਂ ਦੇ ਅੰਦਰ ਬੜੇ ਸੀ, ਪਰ ਜੀਓਜੀ ਉਦੋਂ ਵੀ ਮੋਹਰੀ ਹੋ ਕੇ ਲੋਕਾਂ ਤੱਕ ਰਾਸ਼ਨ ਦੀ ਜਾਂ ਕਿਹੜੀ ਚੀਜ਼ ਨੂੰ, ਬੰਦੇ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ, ਉੱਥੋਂ ਤੱਕ ਵੀ ਪਹੁੰਚਾਉਂਦੇ ਰਹੇ। ਸਾਡਾ ਉਦੋਂ ਇਹ ਜਿਹੜੀ ਤੁਸੀਂ ਗੱਲ ਕਰਦੇ ਜੇ, ਜਦੋਂ ਕਰੋਨਾ ਕਾਲ ਆਇਆ ਉਸ ਟਾਈਮ ਤੇ ਮਾਨਯੋਗ ਐਸਡੀਐਮ ਧਾਰੀਵਾਲ ਸਾਹਿਬ, ਨਰਿੰਦਰ ਧਾਰੀਵਾਲ ਸਾਹਿਬ ਇੱਥੇ ਪੋਸਟਿੰਗ ਸੀ, ਉਹਨਾਂ ਨੇ ਸਭ ਤੋਂ ਪਹਿਲੇ ਦਿਨ ਪੱਟੀ ਸ਼ਹਿਰ ਦੇ ਵਿੱਚ ਆਪ ਦੁੱਧ ਵੰਡਿਆ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਉਹ ਚੀਜ਼ ਚਾਹੀਦੀ ਆ। ਸਡਨਲੀ ਉਹਨਾਂ ਮੀਟਿੰਗ ਬੁਲਾਈ ਜਿਹਦੇ 'ਚ ਮੈਂ, ਕੈਪਟਨ ਦਿਆਲ ਸਾਹਿਬ, ਸਾਡੇ ਡੀਓ ਸਾਹਿਬ, ਅਸੀਂ ਡੇਲੀ ਕਰਦੇ ਰਹੇ। ਲਾਸਟ ਮੁੱਦਾ ਇੱਥੋਂ ਤੱਕ ਆ ਗਿਆ ਵੀ ਅਗਰ ਕੱਲ੍ਹ ਨੂੰ ਡੈਥ ਕੇਸਿਸ ਵੱਧਦੇ ਆ ਤੇ ਇਹਨਾਂ ਨੂੰ ਲੱਕੜ ਕਿੱਥੋਂ ਮਿਲੇਗੀ ਇਹਨਾਂ ਦਾ ਅੰਤਮ ਸੰਸਕਾਰ ਕਰਨ ਵਾਸਤੇ, ਇਹਨਾਂ ਨੂੰ ਲੈ ਕੇ ਕੌਣ ਜਾਊਗਾ। ਮੈਂ ਅੱਜ ਸਰਕਾਰ ਨੂੰ ਦੱਸਣਾ ਚਾਹੁੰਦਾ, ਜਿਹੜੇ ਲੱਖ ਰੁਪਏ ਦੇ 1.5 ਲੱਖ ਦੇ ਮੁਲਾਜ਼ਮ ਸੀ, ਗੱਡੀ 'ਚੋਂ ਮਾਸਕ ਲਾ ਕੇ ਸ਼ੀਸ਼ਾ ਨਹੀਂ ਲਾਉਂਦੇ ਵੀ ਮਰ ਜਾਾਂਗੇ ਅਸੀਂ। ਉੱਥੇ ਮੈਂ ਉਹ ਕਮੇਟੀਆਂ ਬਣਾਈਆਂ, ਅੱਜ ਦੀ ਡੇਟ ਪੱਟੀ ਤਹਿਸੀਲ ਦੇ ਵਿੱਚ ਰਿਕਾਰਡ ਚੈੱਕ ਕਰ ਸਕਦੇ ਜੇ, ਹਰ ਪਿੰਡ ਦੇ ਵਿੱਚ ਕਮੇਟੀ ਬਣਾਈ ਜਿਹਦਾ ਮੋਹਰੀ ਜੀਓਜੀ ਸੀ। ਆਰਿਆਂ ਤੇ ਜਾ ਕੇ ਨੰਬਰ ਲੈ ਕੇ ਲੱਕੜਾਂ ਵਾਲਿਆਂ ਨਾਲ ਸੰਪਰਕ ਕੀਤਾ। ਰੱਬ ਨਾ ਕਰੇ ਅਗਰ ਇਦਾਂ ਦਾ ਕੋਈ ਕੇਸ ਹੋ ਗਿਆ, ਸਭ ਤੋਂ ਪਹਿਲਾਂ ਅਸੀਂ ਸਿਰ ਦੇਵਾਂਗੇ, ਜਿਹਦੇ ਵਿੱਚ ਲਿਸਟਾਂ ਅੱਜ ਦੀ ਡੇਟ ਤੱਕ ਪੱਟੀ ਦੇ ਦਫ਼ਤਰ ਦੇ ਵਿੱਚ ਪਈਆਂ ਵਾ, ਜਿਹਦੇ ਮੋਹਰੀ ਸਭ ਤੋਂ ਪਹਿਲਾਂ ਜੀਓਜੀ ਸੀ ਵੀ ਅਸੀਂ ਮਰਾਂਗੇ, ਸਾਡਾ ਪਰਿਵਾਰ ਆ, ਸਾਡਾ ਘਰ ਆ, ਸਾਡਾ ਦੇਸ਼ ਆ, ਸਾਡੇ ਲੋਕ ਨੇ। ਜੇ ਅਸੀਂ ਦੇਸ਼ ਦੀ ਸੇਵਾ ਕਰ ਸਕਦੇ ਹਾਂ, ਅਸੀਂ ਆਪਦੇ ਪਿੰਡ ਦੀ ਵੀ ਕਰ ਸਕਦੇ ਹਾਂ। ਇਸ ਕਰਕੇ ਕੋਈ ਇੱਕ ਵੀ ਜਗ੍ਹਾ ਸਰਕਾਰ ਇਹ ਨਹੀਂ ਦੱਸ ਸਕਦੀ ਕਿ ਜਿੱਥੇ ਜੀਓਜੀ ਨੇ ਸਾਡਾ ਸਾਥ ਨਹੀਂ ਦਿੱਤਾ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸਾਰੇ ਡੀਸੀਆਂ ਨੂੰ, ਸਾਰੇ ਟੋਟਲ ਐਸਡੀਐਮ ਸਾਹਿਬ ਹੀ, ਕੋਈ ਵੀ ਕਿਸੇ ਵੀ ਲੈਵਲ ਤੇ ਕੋਈ ਸਾਬਤ ਕਰ ਦੇ ਕਿ ਉਹਨੂੰ ਕੋਈ ਹੁਕਮ ਦਿੱਤਾ ਗਿਆ ਸਰਕਾਰ ਵੱਲੋਂ ਜਿਹਦੇ ਵਿੱਚ ਜੀਓਜੀ ਨੇ ਕਿਹਾ ਮੈਂ ਕੰਮ ਨਹੀਂ ਕਰ ਸਕਦਾ। ਸੋ ਕੈਪਟਨ ਸਾਹਿਬ, ਮੈਂ ਇੱਕ ਸਵਾਲ ਜ਼ਰੂਰ ਕਰੂੰਗਾ, ਉਸ ਤੋਂ ਬਾਅਦ ਮੈਂ ਅੱਗੇ ਸਵਾਲ ਜਿਹੜੇ ਹੈਗੇ ਨੇ ਉਹਨਾਂ ਨੂੰ ਕਰੂੰਗਾ। ਪਰ ਜਦੋਂ ਇਹ ਜੀਓਜੀ ਹੋਂਦ ਦੇ ਵਿੱਚ ਆਈ ਸੀ ਤਾਂ ਲੋਕਾਂ ਦੇ ਕਿਆਫੇ ਜਾਂ ਕਹਿ ਲਓ ਵੀ ਸਰਪੰਚਾਂ ਦੇ ਕਹਿਣੇ ਸੀ, ਬੜੇ ਇਲਜ਼ਾਮ ਵੀ ਜੀਓਜੀ ਦੇ ਲੱਗੇ ਸੀ।
ਵੀ ਇਹ ਧੱਕਾ ਕਰਦੇ ਨੇ, 10-10 15-15 ਹਜ਼ਾਰ ਰੁਪਏ ਸਰਕਾਰ ਤੋਂ ਬੇਲੀਆਂ ਤਨਖਾਹਾਂ ਲਈ ਜਾਂਦੇ ਨੇ, ਇਹ ਰੱਦ ਹੋਣੇ ਚਾਹੀਦੇ, ਇਹ ਬੰਦ ਹੋਣੇ ਚਾਹੀਦੇ, ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਸੀ। ਪਰ ਹੁਣ ਉਹ ਕਹਿ ਸਕਦੇ ਕਿਤੇ ਨਾ ਕਿਤੇ ਉਹਨਾਂ ਦੀ ਆਸ ਸਫਲ ਹੁੰਦੀ ਆਈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਜੀਓ ਜੀ ਨੇ ਮੋਹਰੇ ਹੋ ਕੇ ਕੰਮ ਕੀਤਾ ਸੀ ਉਹਨਾਂ ਕਰਕੇ ਸਰਪੰਚਾਂ ਤੇ ਨਕੇਲ ਕੱਸੀ ਸੀ, ਪਤਾ ਲੱਗਦਾ ਸੀ ਵੀ ਕੰਮ ਹੋਇਆ ਜਾਂ ਨਹੀਂ ਹੋਇਆ। ਉਹਨਾਂ ਨੂੰ ਇਹਦੇ ਨਾਲ ਹੰਗਾਰਾ ਮਿਲਦਾ ਕਿ ਨਹੀਂ ਮਿਲਦਾ? ਉਹਦਾ ਇਹ ਸੀਗਾ ਕਿ ਉਦੋਂ ਉਹਨਾਂ ਦੇ ਦਿਲ ਦੇ ਵਿੱਚ ਇਹੋ ਹੀ ਸੀ ਵੀ ਜੇ ਇਹਨਾਂ ਨੂੰ ਪਾਸੇ ਕੀਤਾ ਜਾਵੇ ਤੇ ਅਸੀਂ ਆਪਣਾ ਖਾ ਸਕੀਏ। ਪਰ ਜੀਓ ਜੀ ਟੀਮ ਇੱਕ ਇਹੋ ਜਿਹੀ ਟੀਮ ਸੀ ਜਿਨ੍ਹਾਂ ਨੇ ਪਹਿਲਾਂ ਕਸਮ ਖਾਧੀ ਸੀਗੀ ਜਦੋਂ ਫੌਜ 'ਚ ਭਰਤੀ ਹੁੰਦੇ ਨੇ, ਮੈਂ ਹਵਾ ਦੇ ਰਸਤੇ, ਪਾਣੀ ਦੇ ਰਸਤੇ ਕਿਤੇ ਵੀ ਜਾਣਾ ਪਵੇ ਤੇ ਮੈਂ ਜਾਵਾਂਗਾ, ਪੈਦਲ ਜਾਵਾਂਗਾ। ਇਸੇ ਤਰੀਕੇ ਕਸਮ ਖਾਧੀ ਕਿ ਅਸੀਂ ਜੋ ਵੀ ਕੰਮ ਆ ਪਿੰਡ ਦਾ, ਪਿੰਡ ਦੀ ਭਲਾਈ ਵਾਸਤੇ ਕੰਮ ਆ, ਉਹਦੇ ਵਿੱਚ ਸਰਪੰਚ ਨੂੰ ਖਾਣ ਨਹੀਂ ਦੇਵਾਂਗੇ। ਸਰਪੰਚਾਂ ਨੂੰ ਇਹ ਤੰਗੀ ਸੀ, ਸਰਪੰਚਾਂ ਸਾਰਿਆਂ ਨੂੰ ਇਹੋ ਹੀ ਸੀਗਾ ਕਿ ਅਸੀਂ ਇਹਨਾਂ ਨੂੰ ਪਾਸੇ ਕਿਸ ਤਰੀਕੇ ਨਾਲ ਕੀਤਾ ਜਾਵੇ। ਉਦੋਂ ਕਾਂਗਰਸ ਟਾਈਮ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ। ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਆ, ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਇਹ ਉਹਨਾਂ ਦੀ ਸਰਕਾਰ ਦੇ ਹੁੰਦਿਆਂ ਉਹਨਾਂ ਦੇ ਸਰਪੰਚਾਂ ਦੇ ਅਗੇਂਸਟ ਚੱਲਦੇ ਸੀ ਤੇ ਗਾਂ ਨੂੰ ਕੱਲ੍ਹ ਨੂੰ ਸਾਡੇ ਸਰਪੰਚ ਆਉਣੇ ਆ, ਇਹਨਾਂ ਸਾਨੂੰ ਕੁਝ ਕਰਨ ਨਹੀਂ ਦੇਣਾ। ਇਸ ਕਰਕੇ ਅਸੀਂ ਇਹਨਾਂ ਨੂੰ ਪਾਸੇ ਕਰ ਦਿਓ। ਪਰ ਗੱਲ ਇਹ ਸਾਨੂੰ ਨਹੀਂ ਹੈ ਪਾਸੇ ਕਰਨਾ। ਮਹਿਕਮਾ ਚੱਲਦਾ ਆਇਆ, ਮਹਿਕਮਾ ਬੰਦ ਹੁੰਦਾ ਆਇਆ। ਇਹ ਇਲਜ਼ਾਮ ਲਾ ਕੇ ਕਿ ਇਹਨਾਂ ਨੇ ਕੰਮ ਨਹੀਂ ਠੀਕ ਕੀਤਾ, ਸਾਨੂੰ ਇੱਕ ਵੀ ਸਬੂਤ ਦੇ ਦੇਣ ਜਿਹੜਾ ਕੰਮ ਅਸੀਂ ਠੀਕ ਨਹੀਂ ਕੀਤਾ ਤੇ ਅਸੀਂ ਮਾਫੀ ਮੰਗਾਂਗੇ, ਨਹੀਂ ਤੇ ਗਵਰਨਮੈਂਟ ਮਾਫੀ ਮੰਗੇ। ਤੇ ਕੈਪਟਨ ਸਾਹਿਬ ਮੇਰਾ ਸਵਾਲ ਇਹ ਹੈ ਕਿ ਹੁਣ ਜਿਵੇਂ ਸਰਕਾਰ ਆਈ ਨੂੰ 6-7 ਮਹੀਨੇ ਹੋ ਚੱਲੇ ਆ, ਕਿ 6-7 ਮਹੀਨਿਆਂ ਦੇ ਵਿੱਚ ਤੁਸੀਂ ਅਜਿਹੀਆਂ ਰਿਪੋਰਟਾਂ ਜਾਂ ਅਜਿਹਾ ਕੰਮ ਭਗਵੰਤ ਮਾਨ ਜੀ ਜਾਂ ਪੰਜਾਬ ਸਰਕਾਰ ਤੱਕ ਨਹੀਂ ਅਪਰੋਚ ਕੀਤੀ ਵੀ ਆਹ ਕੰਮ ਇੱਥੇ ਰੁਕਿਆ ਹੋਇਆ, ਆਹ ਕੰਮ ਇੱਥੇ ਹੋਇਆ ਜਾਂ ਨਹੀਂ ਹੋਇਆ, ਜਾਂ ਉਹਦੇ ਤੇ ਤੁਹਾਨੂੰ ਮਤਲਬ ਮਿਲਿਆ ਕੀ ਸੋਲੂਸ਼ਨ ਕੀ ਮਿਲਿਆ ਉਸ ਤੋਂ ਬਾਅਦ? ਉੱਥੇ ਸਾਡੀਆਂ ਰਿਪੋਰਟਾਂ ਜਾਂਦੀਆਂ, ਉਹ ਅੱਗੇ ਫਾਰਵਰਡ ਕਰਦੇ ਸੀਗੇ। ਜਿਹੜੇ ਮਹਿਕਮੇ ਦੀ ਕੰਪਲੇਨ ਆ ਉਸੇ ਮਹਿਕਮੇ ਨੂੰ ਉਹਨਾਂ ਫਾਰਵਰਡ ਕਰਨੀ ਆ। ਪਰ ਹੁਣ ਅੱਗੇ ਐਕਸ਼ਨ ਜਿਹੜਾ ਲੈਣਾ ਸੀਗਾ ਉਹ ਜਾਂ ਤੇ MLA ਸਾਹਿਬ ਨੇ ਜਿਨ੍ਹਾਂ ਨੇ ਕੰਮ ਕਰਾਉਣਾ, MP ਸਾਹਿਬ ਨੇ, ਜਾਂ ਜਿਹੜੇ ਇਹਨਾਂ ਦੇ ਅਫਸਰ ਸੀਗੇ ਜਿਹੜੇ ਮਹਿਕਮਿਆਂ ਦੇ ਅਫਸਰ ਆ, ਕੰਮ ਉਹਨਾਂ ਕਰਾਉਣਾ ਸੀ। ਕੰਮ ਉਹਨਾਂ ਨੇ ਕਰਾਇਆ। 6-5 ਮਹੀਨੇ ਤੋਂ ਸਾਨੂੰ ਬਿਲਕੁਲ ਇਗਨੋਰ ਕੀਤਾ ਗਿਆ ਕਿ ਇਹਨਾਂ ਦਾ ਕੋਈ ਵੀ ਜਿਹੜਾ ਕੰਮ ਆ ਉਹ ਉੱਥੇ ਦਾ ਉੱਥੇ ਹੀ ਆ ਜਿੱਥੇ ਪਹਿਲੋਂ ਸੀਗਾ। ਹੁਣ ਸਾਨੂੰ ਇਹਨਾਂ ਨੇ ਕੋਈ ਕੰਮ ਦੀ ਸਾਡੀ ਕੋਈ ਜਿਹੜੀ ਕੰਪਲੇਨ ਆ ਕਿਸੇ ਦੇ ਉੱਤੇ ਵੀ ਇਹਨਾਂ ਨੇ ਸਾਨੂੰ ਫੈਸਲਾ ਨਹੀਂ ਦਿੱਤਾ ਕਿ ਆਹ ਕੰਮ ਅਸੀਂ ਕਰ ਦਿੱਤਾ ਵਾ। ਜਿੰਦਾ ਮਸਾਲਾ ਵਾ ਪਰਿੰਗੜੀ ਦੇ ਵਿੱਚ ਪਾਣੀ ਦੀ ਰਿਪੋਰਟ ਚੱਲਣ ਰਹੀ ਆ। ਇਹ ਤੁਹਾਨੂੰ ਗੁਰਿੰਦਰ ਸਾਹਿਬ ਦੱਸਦੇ ਆ ਕਿ ਕੀ ਮਸਲਾ ਹੈ ਸਾਰਾ, ਕੀ ਕੀਤਾ ਵਾ, ਲੇਕਿਨ ਅੱਜ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ। ਜੀ ਗੁਰਿੰਦਰ ਜੀ ਕੀ ਹੋਇਆ ਜੀ? ਗੱਲ ਕਰਦੇ ਹਾਂ ਸਰਕਾਰ ਦੇ 3 ਮੇਨ ਮੁੱਦੇ ਸੀਗੇ ਕਿ ਸਾਡੀ ਅਗਰ ਸਭ ਤੋਂ ਜ਼ਿਆਦਾ ਇਹਨਾਂ ਸੱਚ ਦੀ ਦਵਾਈ ਦਿੱਤੀ ਵੀ ਅਸੀਂ ਆਵਾਂਗੇ, ਸਭ ਤੋਂ ਪਹਿਲੀ ਗੱਲ ਅਸੀਂ ਤੁਹਾਡਾ ਪਾਣੀ ਠੀਕ ਕਰ ਦਿਆਂਗੇ ਪੀਣ ਵਾਲਾ, ਤੁਹਾਡਾ ਸਕੂਲ ਠੀਕ ਕਰ ਦਿਆਂਗੇ, ਤੁਹਾਡਾ ਹਸਪਤਾਲ ਠੀਕ ਕਰ ਦਿਆਂਗੇ। ਸਿਰਫ ਸਾਹਿਬ ਨੇ ਇੱਕ ਪਿੰਡ ਦੀ ਗੱਲ ਛੇੜੀ, ਮੈਂ ਤਿੰਨੇ ਚੀਜ਼ਾਂ ਇੱਕੇ ਪਿੰਡ ਤੋਂ ਹੀ ਕਵਰ ਕਰ ਦਿੰਦਾ ਵਾਂ। ਅੱਜ ਤੋਂ 5 ਸਾਲ ਪਹਿਲਾਂ 32 ਲੱਖ ਰੁਪਈਆ ਪਿੰਡ ਦੀ ਪਾਈਪਲਾਈਨ ਵਾਸਤੇ ਪਾਸ ਹੋਇਆ ਸੀ। ਪਹਿਲਾਂ ਪਿੰਡ ਦੇ ਲੈਵਲ ਤੇ ਪਿੰਡ ਵਾਲਿਆਂ ਦੇ ਜਿਹੜੇ ਆਗੂ ਸੀ ਮੌਕੇ ਤੇ, ਉਹਨਾਂ ਨੇ ਕਿਹਾ ਸਾਨੂੰ ਪਾਣੀ ਨਹੀਂ ਚਾਹੀਦਾ। ਉਹ ਇੱਕ ਫਰਜ਼ੀ ਮਤਾ ਪਾ ਕੇ ਉਹਨਾਂ ਕਹਿ ਦਿੱਤਾ ਵੀ ਸਾਨੂੰ ਪਾਣੀ ਨਹੀਂ ਚਾਹੀਦਾ। ਉਹ ਤੋਂ ਬਾਅਦ ਇਹ ਗੱਲ ਜੀਓ ਜੀ ਸਾਹਿਬ ਤੱਕ ਪਹੁੰਚੀ। ਜੀਓ ਜੀ ਸਾਹਿਬ ਨੇ ਘਰ ਘਰ ਜਾ ਕੇ ਲੋਕਾਂ ਤੋਂ ਚੈੱਕ ਕੀਤਾ ਵੀ ਤੁਹਾਨੂੰ ਪੀਣ ਵਾਲਾ ਪਾਣੀ ਚਾਹੀਦਾ ਜਾਂ ਨਹੀਂ ਚਾਹੀਦਾ। ਸਾਰੇ ਪਿੰਡ ਨੇ ਲਿਖ ਕੇ ਦਿੱਤਾ, DC ਸਾਹਿਬ ਤੱਕ ਅਪਰੋਚ ਕੀਤੀ। ਫਿਰ ਦੁਬਾਰਾ ਕਮੇਟੀ ਬਣਾਈ ਗਈ ਪਿੰਡ ਦੇ ਵਿੱਚੋਂ। ਇਹਦੀ ਪਾਲਿਸੀ ਆ ਪਿੰਡ ਦੇ ਵਿੱਚੋਂ ਸ਼ੇਅਰ ਮਨੀ ਇਕੱਠੀ ਕਰਕੇ ਜਿਹੜੀ ਅਸੀਂ 10% ਪ੍ਰਸ਼ਾਸਨ ਨੂੰ ਦੇਣੀ ਹੁੰਦੀ ਹੈ, ਬਾਕੀ ਪੈਸਾ ਸਾਨੂੰ ਪ੍ਰਸ਼ਾਸਨ ਨੇ ਦੇਣਾ ਹੁੰਦਾ। ਜੀਓ ਜੀ ਨੇ ਕਮੇਟੀ ਦਾ ਮੈਂਬਰ ਬਣ ਕੇ ਅੱਗੇ ਲੱਗ ਕੇ ਨਾਲ ਸਰਪੰਚ ਦੇ ਮੈਂਬਰ ਲੈ ਕੇ 1,43,850 ਰੁਪਏ ਅੱਜ ਤੋਂ 2 ਸਾਲ ਪਹਿਲਾਂ ਦੇ ਮਹਿਕਮੇ ਦੇ ਵਿੱਚ ਜਮ੍ਹਾਂ ਕੀਤੇ ਆ, ਜੋ ਸ਼੍ਰੀਮਤੀ ਜਸਬੀਰ ਕੌਰ ਸਰਪੰਚ ਤੇ ਜਈ ਜਗਵੰਤ ਸਿੰਘ ਦੇ ਸਾਂਝੇ ਖਾਤੇ ਦੇ ਵਿੱਚ ਤਰਨਤਾਰਨ ਜਮ੍ਹਾਂ ਵਾ, ਜਿਹਦਾ ਕੰਮ ਸਰਕਾਰ ਤੋਂ ਅਜੇ ਤੱਕ ਨਹੀਂ ਪੂਰਾ ਹੋਇਆ। ਸਾਡੇ ਪਿੰਡ ਦੇ 70% SC BC ਭਾਈਚਾਰੇ ਦੇ ਲੋਕ ਗੁਰਦੁਆਰੇ ਤੇ ਡਿਪੈਂਡ ਆ, ਜਿਨ੍ਹਾਂ ਦੇ ਘਰੇ ਪਾਣੀ ਨਹੀਂ ਹੈਗਾ, ਟੂਟੀ ਨਹੀਂ ਹੈਗੀ। ਮੇਰੇ ਕੋਲ ਅੱਜ ਤੋਂ 1 ਸਾਲ ਪਹਿਲਾਂ ਦੀਆਂ ਜਦੋਂ ਮਾਨਯੋਗ ਇੱਥੇ ਕੁਲਵੰਤ ਸਾਹਿਬ DC ਸੀਗੇ, ਉੱਥੋਂ ਤੱਕ ਪਿੰਡ ਦੇ ਪਾਣੀ ਦੇ ਸੈਂਪਲਿੰਗ ਭੇਜੀ ਗਈ ਵੀ ਜਿਹੜਾ 30% ਪੁਰਾਣਾ ਪਾਣੀ ਚੱਲਦਾ ਪਿੰਡ ਦੇ ਵਿੱਚ, ਉਹ ਨਾਲੀਆਂ ਦੇ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਜਾ ਰਿਹਾ, ਜਿਹਦੀ ਮੇਰੇ ਕੋਲ ਸਰਕਾਰੀ ਲੈਬ ਦੀ ਰਿਪੋਰਟ ਅੱਜ ਤੱਕ ਪਈ ਆ, ਜਿਹਦੇ 90% ਬੈਕਟੀਰੀਆ ਪਾਇਆ ਗਿਆ ਵਾ ਕਿ ਇਹ ਅਗਰ ਪਾਣੀ ਪੀਏਗਾ ਬੰਦਾ ਤੇ ਮਰ ਜਾਏਗਾ ਜਾਂ ਬਿਮਾਰ ਹੋ ਜਾਏਗਾ। ਅਜੇ ਤੱਕ ਪ੍ਰਸ਼ਾਸਨ ਨੇ 7 ਮਹੀਨੇ ਇਹ ਸਰਕਾਰ ਨੂੰ ਹੋ ਗਿਆ, 10 ਵਾਰੀ ਇਹਨਾਂ ਤੱਕ ਅਪਰੋਚ ਕਰ ਲਈ ਆ। ਐਕਸ਼ਨ ਯਾਦਵਿੰਦਰ ਦੇ ਨਾਲ ਮੇਰੇ ਪਰਸਨਲ ਤੌਰ ਤੇ ਘੱਟੋ ਘੱਟ 10 ਵਾਰੀ ਅਜੇ ਤੱਕ ਗੱਲ ਹੋ ਚੁੱਕੀ ਆ, ਜਿਹਦੀ ਰਿਕਾਰਡਿੰਗ ਅੱਜ ਤੱਕ ਮੇਰੇ ਕੋਲ ਆ। ਉਹਨਾਂ ਨੇ ਕਿਹਾ ਅੱਜ ਕਰਦੇ ਆ, ਕੱਲ ਕਰਦੇ ਆ, ਅੱਜ ਕਰਦੇ ਆ, ਕੱਲ ਕਰਦੇ ਆ।
ਅੱਜ ਦੀ ਡੇਟ ਤੱਕ ਵੀ ਲੋਕ ਗੰਦਾ ਪਾਣੀ ਪੀਣ ਤੇ ਮਜਬੂਰ ਆ। 70% ਲੋਕਾਂ ਦੇ ਬੱਚੇ ਛੋਟੇ ਛੋਟੇ ਜਿਨ੍ਹਾਂ ਨੇ ਸਕੂਲ ਜਾਣਾ ਸਿਰਫ ਗੁਰਦੁਆਰੇ ਤੋਂ ਪਾਣੀ ਢੋਂਦੇ ਆ ਵੀ ਸਾਡੇ ਪੀਣ ਨੂੰ ਪਾਣੀ ਹੈ ਨਹੀਂ ਆ। ਇਹ ਕਾਰਗੁਜ਼ਾਰੀਆਂ ਸਰਕਾਰ ਦੀਆਂ। ਸੋ ਅਗਲਾ ਸਵਾਲ ਜਿਹੜੇ ਨਾਲ ਹੋਰ ਜੀਓ ਜੀ ਉਹਨਾਂ ਨੂੰ ਜ਼ਰੂਰ ਕਰੂੰਗਾ ਮੈਂ। ਸਰ ਜਿਵੇਂ ਬਹੁਤ ਵਾਅਦੇ ਕੀਤੇ ਸੀ ਹਨਾ, ਜਦੋਂ ਭਗਵੰਤ ਮਾਨ ਸਾਹਿਬ ਸਰਕਾਰ ਦੇ ਵਿੱਚ ਆਏ ਨਹੀਂ ਸੀ ਉਹਨਾਂ ਤੋਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਚੰਗੀ ਸਿੱਖਿਆ ਦੇਵਾਂਗੇ, ਵਾਟਰ ਸਪਲਾਈ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਤੁਹਾਨੂੰ ਵੀ ਭੱਤੇ ਵਧਾਉਣ ਦਾ ਜ਼ਿਕਰ ਕੀਤੇ ਗਏ ਸੀ, ਆਖਰ ਕਿੱਥੋਂ ਤੱਕ ਪੂਰੇ ਹੁੰਦੇ ਨਜ਼ਰ ਆਏ ਤੁਹਾਨੂੰ? ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਸੋਸ਼ਲ ਮੀਡੀਆ ਤੇ ਆਉਣਾ ਪਿਆ, ਇਹ ਵਿਸ਼ਾ ਸਾਡੇ ਜੀਓ ਜੀ ਇਕੱਲੇ ਵਾਸਤੇ ਨਹੀਂ ਹੈ। ਇਹ ਇਸ ਟਾਈਮ ਜੋ ਪੰਜਾਬ ਦੀ 3 ਕਰੋੜ ਆਬਾਦੀ ਆ ਉਹਨਾਂ ਦੇ ਹੱਕ ਲੈਣ ਦੇਣ ਦੇ ਉੱਤੇ ਇਹ ਇੱਕ ਜੀਓ ਜੀ ਜਿਹੜਾ 2017 ਵਿੱਚ ਕੈਪਟਨ ਸਰਕਾਰ ਨੇ ਖੜੀ ਕੀਤੀ ਸੀ। ਕੈਪਟਨ ਸਰਕਾਰ ਨੇ ਜਦੋਂ ਖੜੀ ਕੀਤੀ ਸੀ ਉਹਨੂੰ ਇਹ ਇੱਕ ਲੱਭਾ ਵੀ ਇੱਕ ਇਹ ਮਹਿਕਮਾ ਵਾ ਜਿਹੜਾ ਰੈਗੂਲਰ ਇਨਸਾਫ ਦੀ ਨੌਕਰੀ ਕਰਕੇ ਤੇ ਆਪਦੇ ਪਰਿਵਾਰ ਦੇ ਵਿੱਚ ਵਾਪਸ ਆਉਂਦਾ। ਉਹਦੀ ਪਾਰਦਰਸ਼ੀ ਦਾ ਇੱਕ ਰਿਕਾਰਡ ਇਹ ਆ, 2017 ਦੇ ਵਿੱਚ ਜਦੋਂ ਉਹਨੇ ਇਹ ਸਾਰਾ ਸਿਸਟਮ ਸ਼ੁਰੂ ਕੀਤਾ ਤੇ ਉਹਨੇ ਕਿਹਾ ਜਿਹੜੀ ਇਹਦੀ ਇਨਰੋਲਮੈਂਟ ਆ ਉਹ ਪੰਜਾਬ ਸਰਕਾਰ ਜਿਹੜੀ ਆ ਨਹੀਂ ਕਰੂਗੀ। ਉਹਨੇ ਸੋਲਜਰ ਬੋਰਡ ਦੇ ਉੱਤੇ ਪਾਤੀ, ਜਿਹੜਾ ਸਾਡਾ ਸੈਨਿਕ ਦਾ ਰਿਟਾਇਰਮੈਂਟ ਤੋਂ ਬਾਅਦ ਸੋਲਜਰ ਬੋਰਡ ਆ, ਸੈਨਿਕ ਬੋਰਡ ਸਾਡਾ, ਉਹਦੇ ਉੱਤੇ ਜਾ ਕੇ ਸਾਡਾ ਰਿਕਾਰਡ ਹੁੰਦਾ। ਉਸ ਰਿਕਾਰਡ ਦੇ ਮੁਤਾਬਕ ਜੋ ਵੀ ਆਦਮੀ ਉਹਨਾਂ ਨੇ ਜਿਨ੍ਹਾਂ ਨੇ ਵੀ ਅਟੈਂਡ ਕੀਤਾ ਉਹਦੇ ਵਿੱਚ ਉਹਨਾਂ ਨੇ 4300 ਜੀਓ ਜੀ ਜਿਹੜੇ ਸੀ ਉਹ ਭਰਤੀ ਕੀਤੇ। ਉਸ ਸਮੇਂ ਦੇ ਵਿੱਚ ਜਿਹੜੇ ਲੀਡਰ ਬਾਕੀ ਸਾਡੇ ਲੀਡਰ ਸੀ ਕਾਂਗਰਸ ਟਾਈਮ ਤੇ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਜੀਓ ਜੀ ਦੇ ਵਿੱਚ ਮੇਰੇ ਬੰਦੇ ਲੈ ਜਾਣ, ਦੂਜੇ ਲੈ ਜਾਣ, ਤੀਜੇ ਲੈ ਜਾਣ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਜਿਹੜੀ ਜੀਓ ਜੀ ਦੀ ਭਰਤੀ ਆ ਇਹਦੇ ਵਿੱਚ ਕਿਸੇ ਵੀ ਮੰਤਰੀ, ਕਿਸੇ ਵੀ ਐਮਐਲਏ ਦਾ ਦਖਲਅੰਦਾਜ਼ੀ ਨਹੀਂ ਦਿੱਤੀ ਜਾਊਗੀ। ਜਿਹਦੇ ਵਿੱਚ ਕਿ ਮੇਰੇ 1-2 ਐਮਐਲਏ ਨੇ ਬਹੁਤ ਜ਼ੋਰ ਲਾਇਆ ਕਿ ਫਲਾਣੀ ਜਗ੍ਹਾ ਦਾ ਮੇਰਾ ਬੰਦਾ ਉਹ ਮੇਰੇ ਨਾਲ ਇਲੈਕਸ਼ਨ ਦੇ ਵਿੱਚ ਬਹੁਤ ਫਲਾਣ ਕੀਤੀ ਸੀ, ਉਹਨੂੰ ਚੇਂਜ ਕੀਤਾ ਜਾਵੇ, ਪਰ ਕੈਪਟਨ ਨੇ ਪਾਰਦਰਸ਼ੀ ਦੇ ਨਾਲ ਇਹ ਜੀਓ ਜੀ ਖੜਾ ਕੀਤਾ। ਉਸ ਤੋਂ ਬਾਅਦ ਜਦੋਂ ਸਰਕਾਰ ਦੇ ਵਿੱਚ ਹੋਂਦ ਦੇ ਵਿੱਚ ਆਉਂਦੀ ਆ, ਹੋਂਦ ਦੇ ਵਿੱਚ ਆਉਣ ਤੋਂ ਬਾਅਦ ਸਾਰਾ ਸਿਸਟਮ ਲਾਈਨ ਤੇ ਲਿਆਂਦਾ, ਬੜੀ ਵਧੀਆ ਇੱਕ ਸਿਸਟਮ ਬਣਾਇਆ ਤੇ ਬਣਾਇਆ ਗਈ ਤੀਸਰੀ ਅੱਖ। ਉਹ ਅੱਖ ਇਹ ਸੀ ਕਿ ਸੋਸ਼ਲ ਮੀਡੀਆ ਦਾ ਯੁੱਗ ਆ, ਜਿਹੜੀ ਚੀਜ਼ ਜਿਹੜੀ ਸੋਸ਼ਲ ਮੀਡੀਆ ਤੇ ਪਹੁੰਚ ਸਕਦੀ ਲੋਕਾਂ ਤੱਕ, ਉਹ ਇੱਕ ਚੀਜ਼ ਬਣਾਈ ਸੀ ਵੀ ਤੀਸਰੀ ਅੱਖ ਦੇ ਵਿੱਚ ਹਰ ਚੋਰੀ, ਹਰ ਗਰੀਬ ਬੰਦੇ ਦੀ ਜਿਹੜੀ ਸਹੂਲਤ ਆ, ਲਾਟ ਲੈਣ 'ਚ ਬੰਦਾ ਖਲੋਤਾ, ਉਹਦੇ ਤੱਕ ਜਿਹੜੀਆਂ ਸਰਕਾਰ ਦੀਆਂ 28, 29, 30 ਸੈਂਟਰ ਸਟੇਟ ਦੀਆਂ ਸਕੀਮਾਂ ਉਹ ਕਿੱਦਾਂ ਪਹੁੰਚਾਈਆਂ ਜਾਣ, ਉਹ ਪਹੁੰਚਾਉਣ ਵਾਸਤੇ ਇੱਕ ਪ੍ਰੋਪਰ ਸਾਡੀ ਇੱਕ ਐਪ ਬਣਾਈ ਗਈ ਸੀ। ਉਸ ਐਪ ਦੇ ਵਿੱਚ ਹਰ ਤਰ੍ਹਾਂ ਦਾ ਆਪਸ਼ਨ ਦਿੱਤਾ ਸੀ ਵੀ ਕੀ ਇਸ ਆਪਸ਼ਨ ਦੇ ਵਿੱਚ ਇਹ ਬੰਦਾ ਜਿਹੜਾ ਐਲੀਜੀਬਲ ਆ ਕਿ ਨਹੀਂ ਐਲੀਜੀਬਲ। ਉਹ ਸਾਰੀਆਂ ਹੀ ਚੀਜ਼ਾਂ ਨੂੰ ਅਸੀਂ ਲਿਆਣ ਕੇ ਸਰਕਾਰ ਦੇ ਗਾੜੀ ਰੱਖੀਆਂ ਤੇ ਸਰਕਾਰ ਨੂੰ ਉਹਦੀ ਇਨਪੁਟ ਮਿਲੀ। ਜਦੋਂ ਇਨਪੁਟ ਮਿਲੀ ਉਹਨਾਂ ਨੇ ਸਾਰਾ ਕੁਝ ਦੇਖਿਆ, ਯਾਰ ਇੰਨਾ ਸਿਸਟਮ ਪਿੱਛੇ ਜਾ ਚੁੱਕਾ। ਸਾਡਾ ਰਿਕਾਰਡ ਤੇ ਜਿਹੜੇ ਮਹਿਕਮੇ ਰਿਕਾਰਡ ਸੀ ਉਹਦਾ ਅਨੁਪਾਤ ਕਿੰਨਾ ਸੀ? 25 ਤੇ 75। ਸਾਡਾ ਰਿਕਾਰਡ ਦਾ ਅਨੁਪਾਤ 25-75 ਸੀ। ਜਿਹੜੇ ਠੰਡੀਆਂ ਏਸੀ ਦੀਆਂ ਹਵਾਵਾਂ ਵਿੱਚ ਬਹਿ ਕੇ ਲੱਖ 2-2 ਲੱਖ ਤਨਖਾਹ ਲੈਂਦੇ, ਉਹਨਾਂ ਕੋਲ ਕਿਸੇ ਵੀ ਮਹਿਕਮੇ ਕੋਲ ਕਿਸੇ ਤਰ੍ਹਾਂ ਦਾ ਵੀ ਸਹੀ ਰਿਕਾਰਡ ਨਹੀਂ, ਚੈਲੰਜ ਆਏ। ਉਸ ਤੋਂ ਬਾਅਦ ਜਦੋਂ ਇਹ ਕੰਮ ਚੱਲਿਆ, ਜਿਸ ਤਰ੍ਹਾਂ ਵੀ ਸਰਕਾਰ ਨੂੰ ਸਾਡੀ ਲੋੜ ਪਈ, ਚਾਹੇ ਉਹ ਕਰੋਨਾ ਟਾਈਮ ਆਇਆ, ਚਾਹੇ ਉਹ ਹੜ੍ਹ ਪੀੜਤ ਆਇਆ, ਕਿਸੇ ਤਰ੍ਹਾਂ ਦੀ ਐਕਟੀਵਿਟੀ ਜਦੋਂ ਪੰਜਾਬ ਦੇ ਵਿੱਚ ਕੋਈ ਵੱਖਰੀ ਤਰ੍ਹਾਂ ਹੋਈ ਤਾਂ ਸਾਡਾ ਵੱਖਰਾ ਹੀ ਪੈਮਾਨਾ ਰਿਹਾ। ਕਰੋਨਾ ਦੇ ਵਿੱਚ ਮੇਰੇ ਸਾਥੀਆਂ ਨੇ ਜਿੱਦਾਂ ਦੱਸਿਆ ਵੀ ਕਰੋਨਾ ਇੱਕ ਐਸੀ ਚੀਜ਼ ਸੀ ਜਿਹੜੀ ਕਿ ਪੁੱਤ ਪਿਓ ਨੂੰ ਤੇ ਪਿਓ ਪੁੱਤ ਨੂੰ ਨਹੀਂ ਪੁੱਛਦਾ, ਪਰ ਇੱਕ ਜੀਓ ਜੀ ਟੀਮ ਆ ਸਾਨੂੰ ਚੈਲੰਜ ਕਰਦੇ ਨੇ ਵੀ ਇਸ ਜਗ੍ਹਾ 'ਤੇ ਜੀਓ ਨੇ ਕੱਟ ਮਾਰੀ ਸੀ। ਅਸੀਂ ਆਪਣੇ ਕੋਲੋਂ ਖਰਚਾ ਕਰਕੇ ਆਪਣੀ ਮੌਤ ਨੂੰ ਸਿਰ ਤੇ ਬੰਨ੍ਹ ਕੇ ਉਹਨਾਂ ਲੋਕਾਂ ਨੂੰ, ਜਿੱਥੇ ਦਵਾਈ ਵਾਲਾ ਕੰਮ ਸੀ ਦਵਾਈ, ਜਿੱਥੇ ਸਾਨੂੰ ਸੰਸਕਾਰ ਕਰਨਾ ਪਿਆ, ਐਨਕ ਨਹੀਂ ਤਾਰਦੇ ਅਫਸਰ ਲੋਕ ਬੈਠੇ ਗੱਡੀਆਂ ਦੇ ਵਿੱਚ, ਤੇ ਉਹਨਾਂ ਦਾ ਪਰਿਵਾਰ ਵੀ ਧੋਖਾ ਦਿੰਦਾ ਸੀ ਵੀ ਅਸੀਂ ਆਪਦੇ ਪਰਿਵਾਰ ਦੇ ਬੰਦੇ ਦਾ ਸੰਸਕਾਰ ਨਹੀਂ ਕਰਨਾ। ਯਾਰ ਉੱਥੇ ਜੀਓ ਜੀ ਨੇ ਸੰਸਕਾਰ ਕੀਤਾ, ਯਾਰ ਜੀਓ ਜੀ ਨੇ ਉਹਦੀਆਂ ਰਸਮਾਂ ਪੂਰੀਆਂ ਕੀਤੀਆਂ। ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਜਦੋਂ ਇਹ ਤਿੰਨੇ ਸਰਕਾਰਾਂ ਸਾਡੇ ਨਾਲ ਹੁਣ ਵਧੀਕੀ ਕੀਤੀ, ਇਹਨੇ ਦੋ ਨੇ ਪਹਿਲਾਂ ਨਹੀਂ ਸਾਡੇ ਨਾਲ ਖੇਡ ਲਿਆ। ਅਸੀਂ ਕਿਸੇ ਸਰਕਾਰ ਦੀ ਸਪੋਰਟ ਨਹੀਂ ਕੀਤੀ, ਅਸੀਂ ਕਿਸੇ ਸਰਕਾਰ ਦਾ ਪੱਖ ਨਹੀਂ ਪੂਰਿਆ, ਨਹੀਂ ਤੇ ਹੱਕ ਸਾਡਾ ਕੀ ਬਣਦਾ ਸੀ। ਸਾਨੂੰ ਕਾਂਗਰਸ ਨੇ ਭਰਤੀ ਕੀਤਾ ਤਾਂ ਅਸੀਂ ਕਾਂਗਰਸ ਦੇ ਸਿਪਾਹੀ ਹਾਂ। ਇੱਕ ਮੈਂ ਜੀਂਦੀ ਮਿਸਾਲ ਆ, ਪੱਟੀ 'ਚ ਮੈਨੂੰ ਸਰਪੰਚੀ ਦਿੱਤੀ ਆ, ਮੈਂ ਲਾ ਕੇ ਸਰੋਪਾ ਐਮਐਲਏ ਸਾਹਿਬ ਦੇਤਾ, ਸਵਾਗਤ ਕਰਦਾ ਜੀ ਤੁਹਾਡਾ ਧੰਨਵਾਦ, ਪਰ ਮੈਂ ਇੱਕ ਸੈਨਿਕ ਹੋਣ ਦੇ ਨਾਤੇ ਮੈਂ ਸੈਨਿਕ ਟੀਮ 'ਚ ਕੰਮ ਕਰਕੇ ਵੇਖਣਾ। ਸਰਪੰਚ ਦੇ ਵਿੱਚ ਮੈਨੂੰ ਪਾਰਦਰਸ਼ੀ ਨਹੀਂ ਕੰਮ ਕਰਨ ਦੀ ਮਿਲਣੀ, ਮੇਰੇ ਗਾੜੀ ਬਹੁਤ ਚਟਾਨਾਂ ਆਉਣੀਆਂ, ਪਰ ਮੈਨੂੰ ਇੱਕ ਸੈਨਿਕ ਵਾਲੇ ਮਹਿਕਮੇ ਦੇ ਵਿੱਚ ਮੈਨੂੰ ਆਸ ਸੀ ਵੀ ਇਹਦੇ ਵਿੱਚ ਮੈਂ ਸ਼ੁੱਧਤਾ ਦਿਖਾ ਸਕਦਾ। ਕਿਉਂ? ਮੇਰੇ ਤੇ ਦਬਾਅ ਨਹੀਂ ਸੀ, ਜੀਓ ਜੀ ਨੂੰ ਕੰਮ ਕਰਨ ਵਾਸਤੇ ਸਾਡੀ ਟੀਮ ਦਾ ਦਬਾਅ ਨਹੀਂ ਸੀ। ਇਹ ਹੀ ਇੱਕ ਵੱਖਰਾਪਣ, ਲੋਕ ਤਾਂ ਮੈਂਬਰ ਹੀ ਨਹੀਂ ਛੱਡਦੇ। ਪਰ ਉਸ ਤੋਂ ਬਾਅਦ ਜਦੋਂ ਇਹ ਸਰਕਲ 'ਚ ਅਸੀਂ ਆਏ ਹਾਂ ਤੇ ਇਹ ਸਾਰਾ ਕੁਝ ਦੇਖਦਿਆਂ ਸਾਨੂੰ ਸਾਰਿਆਂ ਨੇ
ਲੋਲੀਪੋਪ ਦਿੱਤੇ ਵੀ ਜੇ ਤਾਂ ਜਿੱਤ ਗਏ ਕੋਈ ਆ ਤੇਰੀ ਤਨਖਾਹ ਵਧਾ ਦਾਂਗੇ, ਕੋਈ ਆਂਦਾ ਅਸੀਂ ਤੈਨੂੰ ਆਉਂ ਕਰ ਰੈਂਕ ਕਰ ਦਿਆਂਗੇ। ਤੇ ਅਸੀਂ ਥੋੜ੍ਹੀ ਜਿਹੀ ਝਲਕ ਮਾਰੀ ਭਗਵੰਤ ਮਾਨ ਵਾਲੇ ਬੰਨੇ, ਕਿਉਂਕਿ ਜਿਹੜੀਆਂ ਸਾਡੀਆਂ ਨੀਤੀਆਂ ਸੀ ਉਹ ਆਮ ਸਰਕਾਰ ਨੇ ਲੋਕਾਂ ਨੂੰ ਲੁਭਾਵੇਂ ਦਿੱਤੇ ਸੀ, ਲੋਕਾਂ ਦੇ ਨਾਲ ਵਾਅਦੇ ਕਰ ਲਏ ਸੀ। ਅਸੀਂ ਸੋਚਿਆ ਯਾਰ ਜਿਹੜਾ ਪੈਨਲ ਅਸੀਂ ਲੈ ਕੇ ਤੁਰੇ ਆ, ਇਸ ਪੈਨਲ ਨਾਲ ਸਰਕਾਰ ਆ ਰਹੀ ਤੇ ਆਪਾਂ ਇਹਦੀ ਮਦਦ ਕਰ ਦਈਏ। 70% ਸਾਡੇ ਲੋਕਾਂ ਨੇ ਚਾਹਿਆ ਵੀ ਆ ਤੇ ਇੱਕ ਪਰਲੋ ਦੇ ਵਿੱਚ ਜਿਹੜਾ ਸਰਕਾਰ ਬਣਾ ਕੇ ਖੜੀ ਕਰਤੀ, ਪਰ ਇੱਕ ਉੱਥੇ ਆਣ ਕੇ ਮਾਰ ਖਾ ਗਏ। ਇਸ ਚੀਜ਼ ਤੋਂ ਅਸੀਂ ਮਾਰ ਖਾਧੀ ਸਾਡੇ ਸੋਚਣ 'ਚ ਲੋਕਾਂ ਦੇ 'ਚ। ਸਾਡੀ ਪਬਲਿਕ ਨੇ ਇੱਕ ਐਕਸਪੀਰੀਅੰਸ ਤੋਂ ਨਾਨ ਐਕਸਪੀਰੀਅੰਸ ਬੰਦਿਆਂ ਨੂੰ ਗਾਲੀ ਲਾਤਾ। ਸਟੇਟ ਚਲਾਉਣੀ ਆ, ਭਗਵੰਤ ਮਾਨ ਜੀ ਵਧੀਆ MP ਸਾਬਤ ਹੋ ਸਕਦੇ ਆ, ਵਧੀਆ MLA ਸਾਬਤ ਹੋ ਸਕਦਾ, ਪਰ ਦੋਸਤੋ ਵਧੀਆ CM ਸਾਬਤ ਨਹੀਂ ਹੋ ਸਕਦਾ। ਕਾਰਨ ਉਹਦੇ ਕਾਰਨ ਇਹ ਆ ਕਿ ਜਿਸ ਇਨਸਾਨ ਨੇ ਇੱਕ ਮਾਸਟਰ ਦਾ ਟੀਚਰ ਹੋ ਕੇ, ਟੀਚਰ ਦਾ ਇੱਕ ਬੱਚਾ ਹੋ ਕੇ ਕਮੇਡੀਅਨ ਲੈਣ ਦੇ ਵਿੱਚ 30 40 50 ਸਾਲ ਲਾਏ ਹੋਣ, ਉਹ ਅੱਜ ਸਰਕਾਰ ਨਹੀਂ ਹੈਂਡਲ ਕਰ ਸਕਦਾ। ਇਹ ਲਿਖਤੀ ਰੂਪ ਹੈ, ਇਹ ਦਾਅਵਾ ਵਾ। ਉਹਦੀਆਂ ਜੀਦੀਆਂ ਮਿਸਾਲ ਤੁਹਾਨੂੰ ਹੁਣ ਇੱਕ ਦੱਸਦੇ ਆ। ਸਰਕਾਰ ਆਈ 2022 ਦੇ ਵਿੱਚ, ਪਹਿਲੀ ਸਲਿੱਪਿੰਗ ਇਹਦੀ ਵੱਜੀ। ਇਹਨੇ ਆਉਂਦਿਆਂ ਸਾਰ ਜਿਹੜੇ ਬੰਦਿਆਂ ਨੇ ਆਪਦੀਆਂ ਰੇਹੜੀਆਂ ਝੰਡੀਆਂ ਲਾਈਆਂ ਸੀ ਨਾ, ਪਹਿਲੇ ਇਹਨੇ ਰੇਹੜੀਆਂ ਬੰਦ ਕਰਾਤੀਆਂ ਤੇ ਸੱਜਣ ਨੇ 24 ਘੰਟੇ ਸਲਿੱਪ ਮਾਰਤੀ। ਕਿਆ ਬਾਤ ਹੈ ਯਾਰ, ਹੋਵੇ ਮੁੱਖ ਮੰਤਰੀ ਤੇ ਰੇਹੜੀਆਂ ਬੰਦ ਕਰੇ ਤੇ ਕਹਿੰਦੇ ਮੈਨੂੰ ਪਤਾ ਹੀ ਨਹੀਂ। ਚਲੋ ਸੋਚਿਆ ਅਣਜਾਣ ਸਿੱਖ ਲੂ। 2 ਹਫ਼ਤੇ ਕੱਢੇ, ਕਹਿੰਦਾ ਨਹੀਂ ਹੁਣ ਹਾਥੀ ਬੰਦ ਕਰ ਦਿਓ। ਜਦੋਂ ਵੇਖਿਆ ਹਾਥੀ ਵਾਲੇ ਕੋਠੇ ਚੜ੍ਹ ਗਏ, ਆਦਾ ਚਲੋ ਹਾਥੀ ਵੀ ਚੱਲਣ ਦਿਓ। ਉਸ ਤੋਂ ਬਾਅਦ ਇਹਦਾ ਅੱਗੇ ਫਿਰ ਅੱਗੇ ਆਉਂਦਾ। ਅੱਜ ਤੱਕ ਜਿਹੜੀ 10 ਜੂਨ ਨੂੰ ਕਿਸਾਨਾਂ ਨੂੰ ਬੱਤੀ ਮਿਲਦੀ ਆ, ਇਹਨੇ 24 ਤੋਂ 27 ਜੂਨ ਤੱਕ ਲੈ ਗਿਆ। ਤੇ ਜਦੋਂ ਕਿਸਾਨ ਬਾਹਰ ਆਏ, ਕਹਿੰਦਾ ਚਲੋ ਫਿਰ ਕੋਈ ਨਹੀਂ, ਆਪਾਂ ਕੰਨ ਪਿਆ ਆਪਾਂ 10 ਤੇ ਆ ਜਾਂਦੇ ਆ। ਕਿਆ ਬਾਤ ਹੈ ਯਾਰ, ਲੋਕਾਂ ਨੇ ਕਿਹਾ ਵੀ ਹੁਣ ਹੀ ਸਿੱਖ ਲਾ। ਉਸ ਤੋਂ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖੋ ਵੀ ਮੈਨੂੰ ਹਾਸੇ ਹੋਣੀ ਗੱਲ ਆ, ਬੜੀ ਦੁੱਖ ਦੀ ਮਾਨ ਸਾਹਿਬ ਆ, ਤੁਸੀਂ ਪਹੁੰਚ ਗਏ, ਵੋਟਾਂ ਪੈ ਗਈਆਂ, ਸਾਡਾ ਦਿਮਾਗ ਘੱਟ ਨਹੀਂ। ਜੂਨ ਦੇ ਵਿੱਚ ਤੁਸੀਂ ਅਗਨੀਪਥ ਦੀ ਮਦਦ ਕਰਨ ਵਾਸਤੇ ਇੱਕ ਮਤਾ ਲੈ ਕੇ ਆਏ ਕਿ ਅਗਨੀਵੀਰ 'ਚ ਭਰਤੀ ਨਹੀਂ ਹੋਣੀ ਚਾਹੀਦੀ। ਸਾਡੇ ਪੰਜਾਬ ਤੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਵਾ। ਇਹਨੇ ਜੂਨ ਸੈਸ਼ਨ ਦੇ ਵਿੱਚ ਇੱਕ ਮਤਾ ਲਿਆਂਦਾ, ਸਾਰਿਆਂ ਨੇ ਉਹਦੇ ਵਿੱਚ ਮਦਦ ਕੀਤੀ ਤੇ BJP ਨੇ ਬਾਈਕਾਟ ਕੀਤਾ। ਤੇ ਉਹਦਾ ਇੱਕ ਤਮਾਸ਼ਾ ਫੇਰ ਆ ਗਿਆ ਕੱਲ। ਬਿਕਰਮਜੀਤ ਜਰਨਲ ਸਾਹਿਬ ਜਿਹੜੇ ਸੀ ਜਲੰਧਰ ਪੋਸਟਡ, ਉਹਨਾਂ ਨੇ ਜੰਜੂਆ ਨੂੰ ਇੱਕ ਚੀਫ ਸੈਕਟਰੀ ਨੂੰ ਲੈਟਰ ਲਿਖਿਆ ਤੇ ਇੱਕ ਪਲੈਨਿੰਗ ਇੱਕ ਰੋਜ਼ਗਾਰ ਸੈਕਟਰੀ ਨੂੰ ਲੈਟਰ ਲਿਖਿਆ ਕਿ ਸਾਡੇ DC ਸਾਹਿਬ ਜਿੰਨੇ ਵੀ ਡਿਸਟ੍ਰਿਕਟ ਦੇ ਆ, ਅਗਨੀਵੀਰ ਦੀ ਭਰਤੀ ਵਿੱਚ ਮਦਦ ਨਹੀਂ ਕਰ ਰਹੇ। ਨਾ ਉਹ ਸਾਨੂੰ ਸੁਰੱਖਿਆ ਮਦਦ ਕਰ ਰਹੇ ਆ, ਨਾ ਮੈਡੀਕਲ ਮਦਦ ਕਰ ਰਹੇ ਆ, ਤੇ ਨਾ ਲੋਕਾਂ ਨੂੰ ਅਵੇਅਰ ਕਰ ਰਹੇ ਆ। ਸਾਡੀ ਭਰਤੀ ਕਰਨ ਦੇ ਵਿੱਚ ਪੰਜਾਬ ਸਟੇਟ ਸਰਕਾਰ ਸਾਡੀ ਮਦਦ ਕਰੇ। ਸਰ ਵੈਸੇ ਤੁਹਾਡੇ ਨਾਲ ਵੀ ਵਾਅਦੇ ਬਹੁਤ ਕੀਤੇ ਗਏ ਸੀ, ਵੀ ਕਿਹਾ ਗਿਆ ਸੀ ਭੱਤੇ ਵਧਾਏ ਜਾਣਗੇ, ਔਰ ਜਿਹੜੀਆਂ ਤੁਸੀਂ ਮੰਗਾਂ ਸੀ, ਚਾਹੇ ਉਹ ਮੈਡੀਕਲ ਦੀਆਂ ਆਉਣ ਜਾਂ ਕਾਲਜ ਜਾਂ ਸਟੱਡੀ ਲੈ ਕੇ ਬੱਚਿਆਂ ਦੀ ਲੈ ਕੇ ਭਵਿੱਖ ਨੂੰ, ਮਤਲਬ ਤੁਸੀਂ ਤਾਂ ਹਮੇਸ਼ਾ ਲੋਕਾਂ ਲਈ ਸੋਚਦੇ ਰਹੇ, ਆਪਣੇ ਪਿੰਡ ਵਾਸੀਆਂ ਲਈ ਸੋਚਦੇ ਰਹੇ, ਪਰ ਤੁਹਾਡੇ ਕਦੀ ਤਨਖਾਹ ਜਾਂ ਭੱਤੇ ਦੇ ਵੀ ਵਾਅਦੇ ਕੀਤੇ ਸੀ, ਉਹ ਪੂਰੇ ਹੋਏ ਕਿ ਨਹੀਂ? ਵੇਖੋ ਜਿਹੜੇ ਵਾਅਦੇ ਸੀ ਨਾ, ਵਾਅਦੇ ਤੇ ਟੋਟਲੀ ਲੋਕਾਂ ਦੇ ਸਾਹਮਣੇ ਆ ਗਏ। ਸਾਡੀ ਤਾਂ ਸੈਲਰੀ 4 ਮਹੀਨੇ ਰੁਕੀ ਆ, ਤੇ ਸਾਡੀ ਜਿਹੜੇ ਅਸੀਂ ਕੋਲੋਂ ਤੇਲ ਫੂਕੇ ਆ ਨਾ, ਅਸੀਂ 11,000 ਕੋਈ ਤਨਖਾਹ ਨਹੀਂ ਲੈ ਰਹੇ। 200 ਰੁਪਈਆ ਦਿਹਾੜੀ ਮਜ਼ਦੂਰ ਦੀ ਆ, 11,000 ਰੁਪਈਏ ਦੇ ਨਾਲ 4 ਪਿੰਡ ਆ, 2,000 ਦਾ ਚੌਂਕੀਦਾਰ ਰੱਖੀਏ ਤੇ ਉਹ ਨਹੀਂ ਰਹਿੰਦਾ। ਇੱਕ ਪਿੰਡ ਨੂੰ 2,000 ਦੇ ਵਿੱਚ ਡੀਲ ਕਰਨਾ ਕੌਣ ਕਰੂਗਾ? ਮੈਂ ਗੱਲ ਕਹਿ ਰਿਹਾ ਸਾਂ ਕਿ ਅਗਨੀਵੀਰ ਦੀ, ਤੇ ਕੱਲ ਮਾਨ ਸਾਹਿਬ ਨੇ ਇੱਕ ਜਰਮਨੀ ਤੋਂ ਬੈਠਿਆ ਬਾਹਰੋਂ ਵੱਡਾ ਸਾਰਾ ਪ੍ਰੈਸ਼ਰ ਲੈਟਰ ਦਿੱਤਾ DC ਸਾਹਿਬ ਨੂੰ ਕਿ ਅਗਨੀਵੀਰ ਦੀ ਭਰਤੀ ਵਿੱਚ ਕੋਈ ਵੀ DC ਜਾਂ ਕਿਸੇ ਮਹਿਕਮੇ ਨੇ ਨਿਗਹਿਲੀ ਕੀਤੀ, ਕਾਰਵਾਈ ਕਰਾਂਗੇ। ਉਹ ਯਾਰ ਦੋ ਪੱਖ ਕਿੱਥੇ ਬਣ ਗਏ? ਇੱਕ ਬੰਨੇ ਤੇ ਰਾਜ ਸਭਾ 'ਚ ਤੂੰ ਮਤਾ ਲੈ ਕੇ ਆਇਆ, ਅਗਨੀ ਭਰਤੀ ਦਾ ਵਿਰੋਧ ਕੀਤਾ, ਦੂਜੇ ਬੰਨੇ ਤੂੰ ਕੱਲ DCਆਂ ਨੂੰ ਨੋਟਿਸ ਦਿੱਤਾ ਵੀ ਜੇ ਕਿਤੇ ਗਲਤੀ ਕੀਤੀ ਤਾਂ ਮੈਂ ਤੁਹਾਡੇ ਤੇ ਕਾਰਵਾਈ ਕਰੂੰਗਾ, ਦੀ ਮਦਦ ਕਰੋ। ਉਹ CM ਸਾਹਿਬ 2 ਪੈਨਲ ਕਿਉਂ ਚੱਲ ਪਏ? ਤੁਸੀਂ ਤੇ ਆਪਣੇ ਆਪ ਦੇ ਵਿੱਚ ਗਵਾਚੇ ਫਿਰਦੇ ਜੇ। ਗਵਾਚੇ ਇਸ ਕਰਕੇ ਆ ਕਿ ਇਧਰਲੇ ਬੰਨੇ ਵੀਰ ਮੰਤਰੀ ਫੌਜਾ ਸਿੰਘ ਜਿਹੜਾ ਉਹ ਘਿਰਿਆ ਪਿਆ ਬੁਰੀ ਤਰੀਕੇ ਨਾਲ, ਤੇ ਰਾਤ ਨੂੰ 12 ਵਜੇ ਉਹਦੇ OSD ਨੂੰ ਲਿਆ ਕੇ ਚੰਡੀਗੜ੍ਹ ਸੈਕਟਰ ਦੇ ਵਿੱਚ ਉਹਦੀ ਕੋਠੀ 'ਚ ਤੇ ਪੱਤਰਕਾਰ ਉਹਦੀ ਗੱਡੀ ਫੜ ਲੈਂਦਾ ਤੇ ਉਹ ਗਾੜੀ ਲਾ ਕੇ ਭੱਜਦਾ। ਤੇ ਸਾਡਾ ਫਾਈਨੈਂਸ ਮਿਨਿਸਟਰ ਜਿਹੜਾ ਉਹ ਰਾਜੀਨਾਮਾ ਕਰਾ ਰਿਹਾ। ਉਹ ਖਾ ਯਾਰ ਰਾਜੀਨਾਮਾ ਕਰਦਾ ਬੰਦੇ ਸਾਹਮਣੇ ਆ ਗਿਆ। ਤੇ ਉਸ ਮੁੱਦੇ ਨੂੰ ਲਿਜਾਉਣ ਵਾਸਤੇ ਸਰਕਾਰ ਨੇ ਕੱਲ ਦੀ ਨਵੀਂ ਖਿੱਦੋ-ਖੁੰਡੀ ਖੇਡਤੀ ਕਿ BJP ਵਾਲੇ ਸਾਨੂੰ ਖਰੀਦਣ ਡਏ ਆ। ਉਹ ਯਾਰ ਮੰਡੀ 'ਚ ਮਾਲ ਹੀ ਨਹੀਂ, ਖਰੀਦੂ ਕੌਣ? ਤੇ ਜੇ ਮਾਲ ਵਾਲੇ ਖਰੀਦਣਗੇ 92 MLA ਆ, ਤੁਹਾਨੂੰ ਭਰੋਸਾ ਹੀ ਨਹੀਂ? ਇਹਨਾਂ ਨਾਲ ਕੋਈ ਨਹੀਂ ਖਰੀਦਿਆ। ਇਹਨਾਂ ਦਾ ਮੁੱਦਾ ਪਤਾ ਕੀ ਆ
ਕਿ ਫੌਜਾ ਸਿੰਘ ਨੂੰ ਬਚਾਉਣਾ ਕਿਵੇਂ ਆ। ਫੌਜਾ ਸਿੰਘ ਦਾ ਸਾਰਾ ਕੁਝ ਬਾਹਰ ਆ ਗਿਆ, ਸੋਸ਼ਲ ਮੀਡੀਆ ਤੇ ਆ ਗਿਆ, ਅਜੇ ਤੱਕ ਨਹੀਂ ਮੰਨਦਾ। ਸਰ ਹੁਣ ਜੀਓ ਜੀ ਜਿਵੇਂ ਇਹਨਾਂ ਨੇ ਪਾਸੇ ਕਰਤੀ, ਲਾਮੇ ਕਰ ਦਿੱਤੀ ਹਨਾ, ਵੀ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਜੀਓ ਜੀ ਘੱਟ ਤੋਂ ਘੱਟ ਵੀ ਮੇਰੇ ਕੋਲ 45-4700 ਬੰਦਾ ਜਿਹੜਾ ਜੀਓ ਦੀ ਭਰਤੀ ਹੈ। ਸੋ ਇਹਨਾਂ ਦੀ ਹੁਣ ਅਗਲੀ ਰਣਨੀਤੀ ਕੀ ਹੋ? ਵੇਖੋ ਸਾਡੀ ਰਣਨੀਤੀ ਜਿਹੜੀ ਆ ਸਿਰਫ ਇੱਕੋ ਹੀ ਰਣਨੀਤੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਅਫਸੋਸ ਇਹ ਆ, ਐਡੀ ਪਾਰਦਰਸ਼ੀ ਸਰਕਾਰ ਵਿਖਾਉਣ ਵਾਲੀ ਸਾਨੂੰ ਇੰਨੇ ਮਾੜੇ ਤਰੀਕੇ ਨਾਲ ਇਹਨਾਂ ਨੇ ਬਾਹਰ ਕੱਢਤਾ। ਉਹ ਸਾਨੂੰ ਕਮ ਸੇ ਕਮ ਕੋਈ ਨੋਟਿਸ ਦਿੰਦਾ। ਪਹਿਲੀ ਗੱਲ ਤਾਂ ਸਾਡੇ ਇਹਨੇ ਕੰਮ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਹਦੇ ਲੀਡਰ ਇਹਦੇ ਵਰਕਰ ਆਂਦੇ ਵੀ ਇਹ ਵੇਖਣਾ ਹੀ ਨਹੀਂ ਕੰਮ, ਤੇ ਜਦੋਂ ਅਸੀਂ ਕੰਮ ਹੀ ਨਹੀਂ ਵੇਖ ਸਕੇ ਸਾਡਾ, ਕਿਉਂਕਿ ਵੇਖਣਾ ਚਾਹੁੰਦਾ ਹੀ ਨਹੀਂ। ਜੋ ਕੰਮ ਵੇਂਦੇ ਸਾਡੀ ਪ੍ਰਾਪਤੀਆਂ ਵੇਂਦੇ ਤੇ ਉਹਨੇ ਅੱਖਾਂ ਖੁੱਲ ਜਾਂਦੀਆਂ। ਹੁਣ ਅੱਜ ਉਹ ਚਾਹੁੰਦੇ ਆ ਵੀ ਜੇ ਇਹ ਬਲਾਵਾਂ ਰਹਿ ਗਈਆਂ ਇਹਦੇ ਨੱਥ ਪਾ ਦੇਣਗੇ। ਹਾਲੇ ਉਹਨਾਂ ਨੂੰ ਇਹ ਨਹੀਂ ਪਤਾ ਤੁਹਾਡੀ ਸਰਕਾਰ ਅਗਲੀ ਬਣਾਉਣ 'ਚ ਸਾਡਾ ਬਹੁਤ ਵੱਡਾ ਯੋਗਦਾਨ ਹੋਣਾ ਸੀ। ਹੈਰਾਨੀ ਵਾਲੀ ਗੱਲ ਆ, 68 ਡਾਕਟਰ ਭਰਤੀ ਕੀਤੇ ਵੈਟਰਨਰੀ, 35 ਬੰਦੇ ਆਊਟ ਆਫ ਸਟੇਟ ਆ। ਜਿਹੜੀ ਭਗਵੰਤ ਮਾਨ ਵੱਡੀਆਂ ਛਲਾਂਗਾ ਮਾਰਦਾ ਹੁੰਦਾ ਪੁਰਾਣੀਆਂ ਸਰਕਾਰਾਂ ਦੇ, 35 ਬੰਦੇ ਆਊਟ ਆਫ ਸਟੇਟ ਆ। 68 ਦੇ ਵਿੱਚੋਂ ਰੁਜ਼ਗਾਰ ਦੇ ਰਿਹਾ ਆਪਾਂ ਨੂੰ। ਇਹ ਕਿਹੜਾ ਰੁਜ਼ਗਾਰ ਆ ਯਾਰ? ਲੋਕਾਂ ਦੇ ਕੋਲ ਤਾਂ ਇਸ ਟਾਈਮ ਦੇ ਉੱਤੇ ਭੁੱਖਮਾਰੀ ਪੈ ਗਈ ਆ। ਤੇ ਮਾਨ ਸਾਹਿਬ ਬਾਹਰ ਜਾ ਕੇ ਇੱਕ ਝੂਠ, ਮਾਨ ਸਾਹਿਬ ਨੇ ਵੱਡਾ ਬੰਬ ਮਾਰਿਆ ਕੱਲ। DMW ਦੀ ਜਿਹੜੀ ਏਜੰਸੀ ਦੀ ਗੱਲ ਕਰਤੀ ਪਹਿਲਾਂ ਇਸ ਵੇਲੇ, ਕਹਿੰਦਾ ਵੀ ਆਪਾਂ ਹਾਂਜੀ, ਕਹਿੰਦਾ ਵੀ ਉਹ ਇੱਕ ਬਹੁਤ ਵੱਡੀ ਕੰਪਨੀ ਇੱਥੇ ਆ ਰਹੀ ਹੈ ਤੇ ਆਪਾਂ ਨੂੰ ਰੁਜ਼ਗਾਰ ਮਿਲੂਗਾ। ਉਹ ਯਾਰ ਉਹਦੇ ਵਿੱਚ ਵੀ ਸਲਿੱਪ ਵੱਜ ਗਈ। ਉਹਦੇ ਚੀਫ ਨੇ ਰਾਤ ਟਵੀਟ ਕਰਤਾ, ਸਾਡੀ ਕੋਈ ਪਲਾਨ ਨਹੀਂ ਗੀ, ਨਾ ਸਾਡਾ ਪੰਜਾਬ 'ਚ ਕੋਈ ਲਾਉਣ ਦਾ ਮੁੱਦਾ ਵਾ, ਸਾਡਾ ਕਿਸੇ ਤਰ੍ਹਾਂ ਦਾ ਕੋਈ ਪਲਾਨ ਨਹੀਂ ਗਿਆ। ਉੱਥੇ ਕੀ ਜਵਾਬ ਦਊਗਾ ਨਾ? ਐਡੀ ਵੱਡੀ ਕੁਰਸੀ ਦਾ ਭਰੋਸਾ ਮੁੱਕ ਜਾਣਾ, ਐਡੇ ਵੱਡੇ ਚੀਫ ਅਫਸਰ ਤੌਰ ਤੇ ਸਾਡਾ ਭਰੋਸਾ ਪੰਜਾਬੀਆਂ ਦਾ ਮੁੱਕ ਜਾਣਾ। ਕਿੱਥੇ ਲੈ ਕੇ ਜਾਵਾਂਗੇ ਯਾਰ? ਕਿੱਧਰ ਜਾਵਾਂਗੇ? ਸਾਡਾ ਕੋਈ ਇਹਦੇ ਨਾਲ ਲੜਾਈ ਝਗੜਾ ਨਹੀਂ, ਅਸੀਂ ਤੇ ਇਹਨਾਂ ਨੂੰ ਕੰਮ ਕਰਕੇ ਦੇਣਾ ਚਾਹੁੰਦੇ ਸਾਂ। ਸੋ ਹੁਣ ਜੀਓ ਜੀ ਇਹਨਾਂ ਤੋਂ ਕੀ ਡਿਮਾਂਡ ਕਰਦੇ? ਅਸੀਂ ਇਹ ਡਿਮਾਂਡ ਕਰਦੇ ਹਾਂ, ਪਹਿਲਾਂ ਜਿਹੜੇ ਟਿੱਪਣੀਆਂ ਕੀਤੀਆਂ ਇਹਨਾਂ ਨੇ ਭੱਦੀ ਸ਼ਬਦੀ, ਇਹਨਾਂ ਕੀਤਾ ਹੀ ਕੱਖ ਨਹੀਂ, ਇਹ ਵਿਹਲੇ ਆ। ਪਹਿਲਾਂ ਉਹ ਬੰਦਾ ਸਾਥੋਂ ਮਾਫੀ ਮੰਗੇ ਆ ਕੇ ਜੀਓ ਜੀ ਤੋਂ, ਉਸ ਤੋਂ ਬਾਅਦ ਇਹ ਬਹਾਲ ਕਰਕੇ ਲੋਕਾਂ ਦੀਆਂ ਸੇਵਾਵਾਂ ਜਿਹੜੀਆਂ ਕੀਤੀਆਂ ਰਿਪੋਰਟਾਂ, ਅਸੀਂ ਜਿਹੜੇ 3 ਦਿਨ ਬਾਹਰ ਫੜ ਕੇ ਅੰਦਰ ਦੇ ਦਿੰਦਾ, ਮੁੜ ਕੇ ਜ਼ਮਾਨਤ ਤੇ ਲੈ ਆਉਂਦਾ ਏ। ਉਹਨਾਂ ਜਿੰਨੀਆਂ ਰਿਪੋਰਟਾਂ ਉਹਨਾਂ ਦੇ ਐਕਸ਼ਨ ਕਰੇ ਤੇ ਲੋਕਾਂ ਨੂੰ ਦਿਖਾਵੇ। ਨਹੀਂ ਤੇ ਆਟੇ ਦਾਲ ਦੀ ਰਾਸ਼ਨ ਦੀ ਗੱਲ ਕਰਦਾ ਲਿਆ ਤੇ ਰੋਲ ਬੈਕ ਕਰ ਗਿਆ ਜੀ। ਹਾਈ ਕੋਰਟ ਨੇ ਠੋਕਤਾ ਲੈ, ਨਹੀਂ ਆਟਾ ਦਾਲ ਉਦਾਂ ਹੀ ਚੱਲੂਗਾ ਜਿੱਦਾਂ ਪਹਿਲਾਂ ਚੱਲਦਾ ਸੀ। ਮਾਈਨਿੰਗ ਵਿਭਾਗ ਦੇ ਵਿੱਚ ਫੇਲ ਹੋ ਗਿਆ। ਹਾਈ ਕੋਰਟ ਨੇ ਕੱਲ ਫਿਰ ਝਟਕ ਮਾਰੀ, 176 ਖਾਨਾ ਉਦਾਂ ਹੀ ਚੱਲਣਗੀਆਂ, ਤੁਸੀਂ ਉਹਦੇ ਉੱਤੇ ਨਵੀਂ ਪਾਲਿਸੀ ਤੁਹਾਡੀ ਨਹੀਂ ਚੱਲੂਗੀ। ਉਹ ਯਾਰ ਇੰਨੀ ਸਰਕਾਰ ਬੈਕਫੁੱਟ ਤੇ ਤੁਰੀ ਆਉਂਦੀ, ਇੰਨੀ ਤੁਰੀ ਆਉਂਦੀ ਆ। ਸਾਡਾ ਇਹਨਾਂ ਨੂੰ ਇੱਕੋ ਹੀ ਬੇਨਤੀ ਆ, ਇਹ ਜੀਓ ਜੀ 4300 ਨਹੀਂ ਜੇ, ਇਹ ਲੱਖਾਂ ਵਿੱਚ ਗਿਣਤੀ ਹੈ ਪੰਜਾਬ ਦੇ ਵਿੱਚ। ਅਗਨੀਪਥ ਦਾ ਵਿਰੋਧ ਕਰਕੇ ਤੇ ਤੁਸੀਂ ਕੱਲ ਉਹਦੇ ਤੇ ਦਬਕੇ ਮਾਰ ਕੇ ਕਹਿੰਦੇ ਭਰਤੀ ਕਰਾਓ। ਐਡਾ ਵੱਡਾ ਝੂਠ ਯਾਰ। ਇੱਕ CM ਮਤਾ ਲੈ ਕੇ ਆ ਰਿਹਾ ਇਹਦੇ ਵਿਰੋਧ ਦੇ, ਤੇ ਉਸੇ ਹੀ ਵਿਰੋਧ ਨੂੰ ਲਿਜਾ ਕੇ ਅੱਜ ਖੜਾ ਕਰ ਰਿਹਾ। ਨਹੀਂ DC ਸਾਹਿਬ ਇਹਦੀ ਭਰਤੀ ਕੀਤੀ, ਅਗਰ ਨਾ ਕੀਤੀ ਤਾਂ ਮੈਂ ਕਾਨੂੰਨੀ ਕਾਰਵਾਈ ਕਰੂੰਗਾ। ਸਾਡਾ ਇਹਨਾਂ ਨਾਲ ਇਹੋ ਹੀ ਬੇਨਤੀ ਆ ਕਿ ਸਾਡੇ ਜਿਹੜੇ ਜੀਓ ਜੀ ਜਿਹੜੇ ਹਿਸਾਬ ਨਾਲ ਇਹਨਾਂ ਬਿਨਾਂ ਨੋਟਿਸ ਬਿਨਾਂ ਸਾਡੀ ਗੱਲਬਾਤ ਤੋਂ ਬਾਹਰ ਕੱਢੇ ਆ, ਇਹ ਦੁਬਾਰਾ ਬਹਾਲ ਹੋਣ। ਸਾਡੇ ਭੱਤੇ ਜਿਹੜੇ ਇਹਨੇ ਵਾਅਦਾ ਕੀਤਾ ਸੀ ਸੰਗਰੂਰ ਦੇ ਵਿੱਚ 21 ਦਸੰਬਰ 2021 ਨੂੰ, ਇਹਨੇ ਕਿਹਾ ਸੀ ਕਿ ਮੈਂ ਆਇਆ ਤੇ ਮੈਂ ਜੀਓ ਜੀ ਟੀਮ ਦੇ ਭੱਤੇ ਵਧਾਉਂ ਤੇ ਇਹਨਾਂ ਦੇ ਸਰਕੂਲੇਸ਼ਨ ਕੰਮ ਨੂੰ ਹੋਰ ਉਤਸ਼ਾਹ ਕਰਨਾ ਵਾ। ਪਰ ਇਹ ਸਾਰੀਆਂ ਗੱਲਾਂ ਤੋਂ ਮੁੱਕਰ ਗਿਆ। ਅਫਸਰਾਂ ਨਾਲ ਇਹ ਨਹੀਂ ਖਲੋਤਾ, ਇਹਦੇ ਅਫਸਰਾਂ ਦੇ ਉੱਤੇ ਆ GD ਛਿੱਤਰ ਮਾਰ ਰਹੀ ਹੈ ਸਟੇਟ ਸੈਂਟਰ ਗਵਰਨਮੈਂਟ। ਯਾਰ ਉਹਨਾਂ ਤੋਂ ਭੱਜ ਗਿਆ ਏ। ਕੈਪਟਨ ਅਮਰਿੰਦਰ ਸਿੰਘ 2 ਤਰੀਕ ਜਨਵਰੀ ਮਹੀਨਾ 21 ਦੇ ਵਿੱਚ ਰਾਜਪਾਲ ਨੇ ਉਹਨਾਂ ਨੂੰ ਸਮਨ ਕੀਤਾ ਸੀ, ਵਿਧੀ ਮਹਾਜਨ ਨੂੰ, ਸੈਕਟਰੀ ਨੂੰ, ਨਾਲ ਕੀਤਾ DGP ਨੂੰ ਤੁਹਾਡਾ ਲਾਅ ਆਰਡਰ ਦਾ ਜਵਾਬ ਦਿਓ। ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਨਫਰੰਸ ਕੀਤੀ ਸ਼ਾਮ ਨੂੰ, ਮੇਰਾ ਅਫਸਰ ਨਹੀਂ ਜਵਾਬ ਦਊਗਾ, ਨਾ ਤੁਹਾਡੇ ਸਾਹਮਣੇ ਤੇ ਆਊਗਾ, ਮੈਂ ਦਊਗਾ ਜਵਾਬ। ਇੱਧਰ ਰਾਜਪਾਲ ਗੱਦੀ ਗੜੇ ਪਾਈ ਫਿਰਦਾ ਅਫਸਰਾਂ ਨੂੰ, ਕੌਣ ਦਊ ਜਵਾਬ? ਕਿਉਂ ਨਹੀਂ ਬੋਲਦਾ ਮੁੱਖ ਮੰਤਰੀ? ਕਿੰਨੇ ਦਿਨ ਹੋ ਗਏ ਆ ਅੱਜ ਦੇ ਮੁੱਦੇ ਆਏ ਨੂੰ? ਕਿੰਨੇ ਮਹੀਨਾ 15 ਦਿਨ ਹੋ ਗਏ ਆ। ਘੇਰਿਆ ਪਿਆ ਫੌਜਾ ਸਿੰਘ, ਸਾਰੇ ਮੰਤਰੀ ਲੋਲੀ ਪੋਜ ਬੈਠੇ, ਉਲਟੇ ਬੰਨੇ ਚੈਨ ਚਲਾਤੀ ਸਾਨੂੰ ਖਰੀਦਣ ਦਾ। ਹੋਰ ਕੋਈ ਮੁੱਦਾ ਨਹੀਂ। ਉਹ ਖਰੀਦਣ ਦੇ ਨਾਂ ਲੈ ਆਓ, ਜਿਹਨੂੰ ਫੋਨ ਹੈ ਉਹ ਲੈ ਆਓ। ਇਸ ਕਰਕੇ ਸਰਕਾਰ ਨੂੰ ਕਿਹਨੇ ਭੱਜਣਾ? ਤੇਰੀ ਅਸੀਂ ਸਪੋਰਟ ਦੇ ਖਲੋਤੇ ਆ, ਸਾਡੇ ਨਾਲ ਪਾਰਦਰਸ਼ੀ ਨਾਲ ਆ। ਜੇ ਪਾਰਦਰਸ਼ੀ ਵਾਅਦਾ ਕੀਤਾ ਤੇ ਪਾਰਦਰਸ਼ੀ ਆ ਲਾਲ ਪੱਗ ਨਿਭਾਊਗੀ ਤੇਰੀ। ਔਰ ਨਹੀਂ ਤੇ ਨਿਕਲ ਨਹੀਂ ਦੇਣਗੇ 24 ਦੇ ਵਿੱਚ। ਇਹ ਬੰਗਲਾਦੇਸ਼ ਨੂੰ ਹਰਾਉਣ ਜਾਣਦੇ ਆ, ਇਹ ਪਾਕਿਸਤਾਨ ਨੂੰ ਹਰਾਉਣ ਜਾਣਦੇ ਆ, ਚਾਈਨਾ ਤੱਕ ਹਰਾਉਣ ਜਾਣਦੇ ਆ। ਤੇ ਸਰਕਾਰ ਨੇ ਪੁੱਠਾ ਪੰਗਾ ਲੈ ਲਿਆ। ਇਹ ਉਹ ਕਿਸਾਨਾਂ ਦੇ ਪੁੱਤ ਆ ਜਿਹੜੇ ਜਿੱਤ ਕੇ ਆਏ ਆ ਮੁਕਾਬਲੇ ਉੱਥੇ ਪਹਿਲਾਂ ਸਾਲ ਦੇ। ਸੋ ਅਸੀਂ ਤਾਂ ਇਹਨਾਂ ਨੂੰ ਇਹੋ ਕਵਾਂਗੇ, ਸਾਡਾ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ, ਠੀਕ ਆ ਸਿੱਖ ਲਿਆ 6 ਮਹੀਨੇ ਹੁਣ ਤੁਸੀਂ, ਪਰ ਪੰਗਾ ਤੁਸੀਂ ਪੁੱਠਾ ਪਾ ਲਿਆ ਸੈਨਿਕ ਫੌਜੀਆਂ ਨਾਲ। ਸੋ ਬਿਲਕੁਲ ਜੀ, ਅੱਜ ਦੀ ਜਿਹੜੀ ਗੱਲਬਾਤ ਤੁਹਾਡੀ ਜੀਓ ਜੀ ਟੀਮ ਦੇ ਨਾਲ ਕਰਵਾਈ ਸੀ। ਸੋ
ਇਹਨਾਂ ਦੀਆਂ ਮੰਗਾਂ ਨੇ ਉਹੀ ਕਿ ਸਾਨੂੰ ਫਿਰ ਦੁਬਾਰਾ ਬਹਾਲ ਕੀਤਾ ਜਾਵੇ ਔਰ ਜਿਹੜੀਆਂ ਰਿਪੋਰਟਾਂ ਅਸੀਂ ਪਾਈਆਂ ਉਹਨਾਂ ਤੇ ਕੰਮ ਕੀਤਾ ਜਾਵੇ। ਅਸੀਂ ਆਪਣਾ ਇਮਾਨਦਾਰੀ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਉਹ ਸਰਕਾਰ ਨੂੰ ਇੱਕ ਸੀਸੇ ਦੀ ਤਰ੍ਹਾਂ ਦਿਖਾ ਰਹੇ ਹਾਂ। ਸੋ ਉਹਨਾਂ ਦੇ ਧਿਆਨ ਜਾਂ ਉਹਨਾਂ ਤੇ ਝਾਤ ਜ਼ਰੂਰ ਮਾਰੀ ਜਾਵੇ। ਸੋ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਗੁਰ ਦੇ ਨਾਲ ਗੁਰਚੇਤ ਸਿੰਘ ਔਲ, ਸਤਿ ਸ਼੍ਰੀ ਅਕਾਲ।